ਸਾਹਿਬ ਜੀਓ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, या तन की है बड़ाई। काहे पैया फिर तो फूलिया फूलिया, जब 10 मास उर्द मुख रहता, सो दिन कैसे भूलिया। मन रे कौन कुमत तैलीनी, परदारा निंदया रस रचियो। राम भगत न कीनी, मुक्त पंथ जानियो तै नाहन। धन जोरन को ताया, अंत संग काहू नहीं दीना। बिरथा आप बंदाया, ना हर भजियो ना गुर जन सेवियो। नह उपजियो कछ ज्ञाना, घट ही माहि निरंजन तेरे। तै खोजत उद्याना, बहुत जन्म पर मत तै हारियो। अस्थिर मत नहीं पाई, मानस देह पाए पद हर भज। नानक बात बताई, मूक उचरै शास्त्र खट। पिंग गिरन चढ़ जाए, अंध लखै बदरो सुनै। जो काल कृपा कराए, अंध लखै बदरो सुनै। जो काल कृपा कराए। सतनाम श्री वाहिगुरु साहिब जी। अजापो गंत कांद मूलं, बसंते समीप के हर है। ततर गति संसार है, नानक सोग हरखं व्यापते। अजापो गंत कांद मूलं, बसंते समीप के हर है। ततर गति संसार है, नानक सोग हरखं व्यापते। वाहिगुरु जी का खालसा, वाहिगुरु जी की फतेह। जुगो जुग टल चवर छतर तख्त ਸਿੰਘਾਸਨ ਦੇ ਮਾਲਕ
ਵਾਲੀਏ ਦੋ ਜਹਾਨ, ਤਖਤਾਂ ਤਾਜਾਂ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸ਼ੋਭਨੀਕ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਸੀਤਲ ਗੋਦ ਅੰਦਰ ਬੈਠਣ ਦਾ ਸ਼ੋਭਨੀਕ ਅਤੇ ਸ੍ਰੇਸ਼ਟ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨਦਰ ਸਦਕਾ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ਼੍ਰੀਮਾਨ ਵਿਦਿਆ ਮਾਰਤੰਡ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਸਮੇਂ ਤੋਂ ਜੱਥੇ ਦੇ ਵਿੱਚ ਰਹਿੰਦੇ ਰਹੇ ਉਸਤਾਦ ਜੀ ਸੁੱਚਾ ਸਿੰਘ ਭਗਤ ਜੀ, ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ 13ਵੇਂ ਵਿਦਿਆਰਥੀ, ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਉਹਨਾਂ ਦੇ ਵਿਦਿਆਰਥੀ ਰਹੇ ਤੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਇਕੱਠੇ ਸੰਥਿਆ ਕਰਦੇ ਰਹੇ। ਗੱਤਕੇ ਦੀ ਵਿਦਿਆ ਨਾਲ ਉਹਨਾਂ ਦੇ ਖੇਡਦੇ ਰਹੇ। 84 ਦੇ ਮੋਰਚੇ ਵਿੱਚ ਵੀ ਮਹਾਂਪੁਰਖਾਂ ਦੇ ਨਾਲ ਗਏ ਸਨ ਅਤੇ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਦੇ ਵੇਲੇ ਤੋਂ ਅੱਜ ਤੋਂ 10 ਦਿਨ ਪਹਿਲਾਂ ਤੱਕ ਉਸਤਾਦ ਜੀ ਸੁੱਚਾ ਸਿੰਘ ਭਗਤ ਜੀ, ਜਿਹੜੇ ਕਿ ਦਮਦਮੀ ਟਕਸਾਲ ਵਿੱਚ ਜੱਥੇ ਵਿੱਚ ਰਹਿ ਕਰਕੇ ਬੇਅੰਤ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਦਿਆ ਕਰਦੇ ਸਨ। ਦਾਸ ਨੂੰ ਇਸ ਗੱਲ ਦਾ ਮਾਣ ਆ ਕਿ ਉਸਤਾਦ ਜੀ ਨੇ 2 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਮੈਨੂੰ ਕਰਵਾਈ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੇ ਕਵਿੱਤ, ਉਹਨਾਂ ਦੀ ਸੰਥਿਆ ਵੀ ਝੋਲੀ ਪਾਈ। ਉਹਨਾਂ ਦਾ ਜੀਵਨ ਕੈਸਾ ਸੀ ਇਹ ਸਾਧ ਸੰਗਤ ਜੀ ਮੈਂ 5 ਸਾਲ ਉਹਨਾਂ ਦੇ ਨਜ਼ਦੀਕ ਹੋ ਕੇ ਵੇਖਿਆ। ਉਹਨਾਂ ਦੀਆਂ ਝਿੜਕਾਂ, ਉਹਨਾਂ ਦੀ ਮਾਰ, ਉਹਨਾਂ ਦੀ ਦਿੱਤੀ ਸਿੱਖਿਆ ਰਹਿੰਦੀ ਜ਼ਿੰਦਗੀ ਤੱਕ, ਸਵਾਸਾਂ ਤੱਕ ਕੰਨਾਂ ਦੇ ਵਿੱਚ ਤੇ ਮੱਤ ਦੇ ਵਿੱਚ ਰਵੇਗੀ, ਕਦੇ ਵੀ ਆਪਾਂ ਭੁੱਲ ਨਹੀਂ ਸਕਦੇ। ਉਹਨਾਂ ਦੀ ਯਾਦ ਦੇ ਵਿੱਚ ਤੇ ਅੰਤਿਮ ਅਰਦਾਸ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਕੁਝ ਦਿਨ ਪਹਿਲਾਂ ਤੋਂ ਅੰਮ੍ਰਿਤ ਵੇਲੇ ਜੈਤ ਸ੍ਰੀ ਦੀ ਵਾਰ ਦੀ ਗਾਥਾ ਦੀ ਕਥਾ ਚੱਲ ਰਹੀ ਹੈ। ਸ਼ਾਮਾਂ ਵੇਲੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਚੱਲ ਰਹੀ ਹੈ। ਆਪ ਸਾਰਿਆਂ ਸਿੰਘਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਦੇ ਨਾਲ ਦੋਵੇਂ ਸਮੇਂ ਕਥਾ ਦੀ ਸੇਵਾ ਨਿਭਾਈ। ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹੋ ਰਹੇ ਆ, ਬਾਣੀ ਦੇ ਪ੍ਰਵਾਹ ਵੀ ਚੱਲ ਰਹੇ ਨੇ। ਸੋ ਆਓ ਖਾਲਸਾ ਜੀ, ਆਪ ਸਾਰਿਆਂ ਨੇ ਸ਼ਾਮਾਂ ਵੇਲੇ ਦੀ ਕਥਾ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਸੰਗਤ ਕਰਦਿਆਂ 40 ਸ਼ਲੋਕ ਸਹਿਸਕ੍ਰਿਤੀ ਦੀ ਪਾਵਨ ਬਾਣੀ ਦੇ ਸ਼ਰਵਣ ਕੀਤੇ। 41ਵੇਂ ਸ਼ਲੋਕ ਤੋਂ ਕਥਾ ਆਰੰਭ ਹੋਣ ਲੱਗੀ ਹੈ। ਕੋਸ਼ਿਸ਼ ਕਰਾਂਗਾ ਵੀ ਉਸਤਾਦ ਜੀ ਦੇ ਜੀਵਨ ਦੀਆਂ ਜਿਹੜੀਆਂ ਮੁੱਖ ਝਲਕਾਂ ਨੇ ਉਹ ਵੀ ਆਪ ਜੀ ਦੇ ਰੂਬਰੂ ਕਰਦਾ ਰਵਾਂ। ਸੋ ਆਓ ਸਤਿਗੁਰਾਂ ਦੀ ਕਥਾ ਵੱਲ ਨੂੰ ਆਪਣੀ ਬਿਰਤੀ ਜੋੜੀਏ, ਮਨ ਚਿਤ ਬਿਰਤੀ ਇਕਾਗਰ ਕਰਕੇ ਮਹਾਰਾਜ ਜੀ ਨੂੰ ਸਿਜਦਾ ਕਰੀਏ। ਕਾਂਸੀ ਤੋਂ 2 ਪੰਡਿਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੁਝ ਸ਼ਲੋਕ ਲੈ ਕੇ ਪਹੁੰਚੇ ਸਨ, ਜਿਹੜੇ ਉਹਨਾਂ ਦੇ ਦਾਦਾ ਜੀ ਦੇ ਪ੍ਰਤੀ ਮਹਾਰਾਜ ਪਾਤਸ਼ਾਹ ਨੇ ਉਚਾਰੇ ਹੋਏ ਸੀ।
ਫਿਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਸਾਡੇ ਲਈ ਵੀ ਉਪਦੇਸ਼ ਉਚਾਰੋ। ਸੋ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਸੰਸਕ੍ਰਿਤ ਜ਼ਬਾਨ ਦੇ ਵਿੱਚ ਇਹ ਪਾਵਨ ਬਾਣੀ ਉਚਾਰੀ। ਉਹਨਾਂ ਦੋਵਾਂ ਭਰਾਵਾਂ ਨੂੰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਸਾਧ ਸੰਗਤ ਜੀ ਉਪਦੇਸ਼ ਦੇ ਰਹੇ ਨੇ। ਸੋ ਆਓ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਜਦਾ ਕਰੀਏ। ਮਹਾਰਾਜ ਜੀ ਕੀ ਰਹਿਮਤ ਕਰ ਰਹੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜਾਪੋ ਗੰਤ ਕੰਦ ਮੂਲੰ ਬਸੰਤੇ ਸਮੀਪ ਕੇ ਹਰ ਹੈ। ਮਹਾਰਾਜ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵੀ ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਅੱਜ ਦੇ ਮਨੁੱਖ ਦੀ ਜ਼ਿੰਦਗੀ ਇਹੋ ਜੀ ਬਣੀ ਪਈ ਹੈ। ਅਜਾ ਨਾਮ ਸਾਧ ਸੰਗਤ ਜੀ ਬੱਕਰੀ ਦਾ ਆ, ਅੱਜ ਨਾਮ ਬੱਕਰੇ ਦਾ ਆ। ਜਿਹੜਾ ਰਾਮਚੰਦਰ ਦਾ ਦਾਦਾ ਸੀ ਨਾ, ਉਹਨੂੰ ਅੱਜ ਰਾਜਾ ਕਿਹਾ ਜਾਂਦਾ ਸੀ। ਉਹਦਾ ਮੂੰਹ ਬੱਕਰੀ ਦਾ ਸੀ, ਜਿਹੜਾ ਦਸ਼ਰਥ ਦਾ ਪਿਓ ਸੀਗਾ। ਅਜਾ ਬੱਕਰੀ ਨੂੰ ਕਹਿੰਦੇ ਆ। ਅਜਾ ਭੋਗੰਤ ਕੰਦ ਮੂਲਮ, ਜਿਵੇਂ ਬੱਕਰੀ ਜੰਗਲ ਵਿੱਚ ਜਾ ਕੇ ਕੰਦ ਮੂਲ ਚੁਗਦੀ ਹੈ, ਖਾਂਦੀ ਹੈ। ਤੇ ਬਸੰਤ ਸਮੀਪ ਕੇਹਰ ਹੈ। ਕੇਹਰ ਨਾਮ ਸ਼ੇਰ ਦਾ ਆ। ਕੇਹਰ ਸ਼ੇਰ ਉਹ ਹੁੰਦਾ ਜਿਹੜਾ ਸ਼ਿਕਾਰ ਕਰਨ ਦੇ ਵਿੱਚ ਬੜਾ ਮਾਹਿਰ ਹੁੰਦਾ। ਬੱਬਰ ਸ਼ੇਰ ਦੀ ਦਹਾੜ ਬੜੀ ਹੁੰਦੀ ਹੈ। ਸਾਰਦੂਲ ਸ਼ੇਰ ਦਾ ਸਰੀਰ ਦਾ ਆਕਾਰ ਬੜਾ ਵੱਡਾ ਹੁੰਦਾ। ਕਿਉਂ ਸ਼ੇਰਾਂ ਦੀਆਂ ਸੰਗਤ ਜੀ ਕਿਸਮਾਂ ਹੁੰਦੀਆਂ, ਬੜੇ ਤਰ੍ਹਾਂ ਦੇ ਸ਼ੇਰ ਹੁੰਦੇ। ਜਿਵੇਂ ਘੋੜੇ ਹੁੰਦੇ ਆ, ਤੁਰਕੀ ਘੋੜੇ ਹੁੰਦੇ ਨੇ, ਅਫਗਾਨੀ ਘੋੜੇ ਹੁੰਦੇ ਆ, ਬੜੇ ਨਸਲਾਂ ਦੇ ਘੋੜੇ ਹੁੰਦੇ ਨੇ। ਕੁੱਤਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਕੇਹਰ ਸ਼ੇਰ ਜਿਹੜਾ ਆ ਉਹ ਸ਼ਿਕਾਰ ਕਰਨ ਵਿੱਚ ਬੜਾ ਮਾਹਿਰ ਆ। ਕਹਿੰਦੇ ਵੀ ਮਨੁੱਖ ਦਾ ਹਾਲ ਐਸਾ ਹੋਇਆ ਪਿਆ ਜਿਵੇਂ ਇੱਕ ਬੱਕਰੀ ਚਿੰਤਾ ਤੋਂ ਰਹਿਤ ਹੋ ਕੇ, ਚਿੰਤਾ ਤੋਂ ਪਰੇ ਹੋ ਕੇ ਕੰਦ ਮੂਲ ਚੁੱਕ ਕੇ ਖਾ ਰਹੀ ਹੋਵੇ ਤੇ ਲਾਗੇ ਸ਼ੇਰ ਵਸਿਆ ਹੋਵੇ। ਇਸ ਤਰੀਕੇ ਦੇ ਨਾਲ ਇਹਦਾ ਸਿਧਾਂਤ ਅੱਗੇ ਜੋੜਦੇ ਹਨ ਜੀ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਮੋਹਰ ਲਾਉਂਦੇ ਆ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਤਤਰ ਗਤੇ, ਤਤਰ ਕਹੀਏ ਉਸੇ ਤਰੀਕੇ ਨਾਲ। ਗਤ ਨਾਮ ਮਰਿਆਦਾ ਦਾ ਵੀ ਹੈ, ਗਤ ਨਾਮ ਤਰੀਕੇ ਦਾ ਵੀ ਹੈ, ਗਤ ਨਾਮ ਮੌਕੇ ਦਾ ਵੀ ਹੈ, ਗਤ ਨਾਮ ਚਾਲ ਦਾ ਵੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਕਹਿੰਦੇ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਮੌਤ ਲਾਗੇ ਖੜੀ ਹੈ ਪਰ ਬੰਦਾ ਖੁਸ਼ੀ ਤੇ ਗਮੀ ਵਿੱਚ ਫਸਿਆ ਹੋਇਆ। ਕੋਈ ਵਿਆਹ ਸ਼ਾਦੀ ਵਿੱਚ ਫਸਿਆ ਹੋਇਆ ਤੇ ਕੋਈ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ। ਜਿਵੇਂ ਬੱਕਰੀ ਨੂੰ ਕੰਦ ਮੂਲ ਚੁਣਦਿਆਂ ਇਹ ਖਿਆਲ ਨਹੀਂ ਕਿ ਸ਼ੇਰ ਮੇਰੇ ਲਾਗੇ ਆਊਗਾ ਤੇ ਉਹ ਮੈਨੂੰ ਖਾ ਜਾਊਗਾ। ਜੰਗਲ ਵਿੱਚੋਂ ਨਿਸ਼ਚਿੰਤ ਹੋ ਕੇ ਕੰਦ ਮੂਲ ਚੁੱਕ ਖਾ ਰਹੀ ਹੈ। ਮਨੁੱਖ ਦਾ ਵੀ ਐਸਾ ਹੀ ਕੁਝ ਹਾਲ ਹੈ। ਸਤਿਗੁਰਾਂ ਦੇ ਬਚਨ ਨੇ। ਖਾਲਸਾ ਜੀ ਮਹਾਰਾਜ ਕਹਿੰਦੇ ਬੰਦੇ ਦੇ ਹਾਲ ਪਤਾ ਕੀ ਹੈ। ਕਹਿੰਦੇ ਜੀ ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਦਾ। ਅਜਹ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਕਿਉਂ ਛੂਟਾਉ ਕੈਸੇ ਤਰਉ ਭਵਜਲ ਨਿਦ ਭਾਰੀ। ਰਾਖ ਰਾਖ ਮੇਰੇ ਬੀਠਲਾ ਜਰਨ ਸ਼ਰਨ ਤੁਮਾਰੀ। ਘਰ ਨੂੰ ਛੱਡ ਕੇ ਬਨਖੰਡ ਜੰਗਲ ਦੇ ਥਾਂ ਤੇ ਚਲਿਆ ਗਿਆ। ਮੈਂ ਘਰ-ਬਾਰ ਛੱਡ ਦਿੱਤਾ। ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਦਾ। ਕੰਦ ਮੂਲ ਚੁਗ ਚੁਗ ਕੇ ਖਾਣ ਲੱਗ ਪਏ। ਕੰਦ ਮੂਲ ਇੱਕ ਬੂਟਾ ਹੀ ਹੁੰਦਾ, ਛੋਟਾ ਜਿਹਾ ਜੰਗਲ ਦੇ ਵਿੱਚ ਹੁੰਦਾ ਆ। ਉਹਦੇ ਹੇਠਾਂ ਜਿਵੇਂ ਲਸਣ ਦੀਆਂ ਛਤੀਆਂ ਹੁੰਦੀਆਂ ਨੇ ਨਾ, ਜੜ ਤੇ ਉਹਦੀ ਇਹੋ ਜਿਹੀ ਹੁੰਦੀ, ਉਹ ਮਿੱਠੀ ਬੜੀ ਹੁੰਦੀ ਆ। ਉਹ ਤਾਂ ਉਹਦਾ ਛੋਟਾ ਜਿਹਾ ਪੌਦਾ ਹੁੰਦਾ ਜਿਵੇਂ ਧਨੀਆ ਹੁੰਦਾ, ਉਹ ਖੱਟਾ ਮਿੱਠਾ ਜਿਹਾ ਹੀ ਹੁੰਦਾ। ਪਸ਼ੂ ਵੀ ਤੇ ਰਿਖੀ ਮੁਨੀ ਜਿਹੜੇ ਐ ਉਹ ਜੰਗਲ ਦੇ ਵਿੱਚ ਰਹਿ ਕੇ ਉਹ ਖਾਂਦੇ ਹੁੰਦੇ ਸਨ। ਉਹਦੇ ਪੱਤੇ ਵੀ ਖਾਦੇ ਜਾਂਦੇ ਆ ਤੇ ਉਹਦੀ ਜੜ ਹੁੰਦੀ ਆ ਉਹ ਲਸਣ ਵਰਗੀ ਹੇਠਾਂ ਹੁੰਦੀ, ਉਹ ਵੀ ਖਾਣ ਯੋਗ ਹੁੰਦੀ ਆ। ਰਿਖੀ ਜਿਹੜੇ ਸਨ ਉਹ ਖਾਇਆ ਕਰਦੇ ਸੀ ਕੰਦ ਮੂਲ। ਮੂਲ ਜੜ ਨੂੰ ਕਹਿੰਦੇ ਆ।
ਜਿਹਦਾ ਜਾੜੀ ਭੋਜਨ ਹੋਵੇ। ਗ੍ਰਹਿਓ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਦਾ, ਅਜੋਹ ਬਿਕਾਰ ਨਾ ਛੋੜੀ ਪਾਪੀ ਮਨ ਮੰਦਾ। ਘਰ ਛੱਡ ਕੇ ਕਹਿੰਦੇ ਜੰਗਲ ਵਿੱਚ ਤੇ ਭਟਕਿਆ ਫਿਰਦਾ, ਪਰ ਵਿਕਾਰ ਹਾਲੇ ਵੀ ਨਹੀਂ ਛੱਡ ਰਿਹਾ। ਜੰਗਲ ਵਿੱਚ ਬੈਠਾ ਸੋਚ ਰਿਹਾ ਮੇਰੀ ਘਰ ਵਾਲੀ ਠੀਕ ਹੋਊਗੀ, ਮੇਰੇ ਬੱਚੇ ਕੀ ਕਰਦੇ ਹੋਣਗੇ, ਮੇਰੇ ਮਾਪੇ ਕੀ ਕਰਦੇ ਹੋਣਗੇ। ਅਖੀਰ ਤਰਲਾ ਕਰਦੇ ਆ, ਮਿੰਨਤ ਕਰਦੇ ਨੇ ਕਿ ਮਾਲਕ ਜੀ ਕਿਉਂ ਛੂਟਾਓ, ਕੈਸੇ ਤਰੋ ਭਵਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਫੇਰ ਹੀ ਬਚਿਆ ਜਾ ਸਕਦਾ। ਮਹਾਰਾਜ ਕਹਿੰਦੇ ਤਤਰ ਗਤੇ ਸੰਸਾਰ ਹੈ ਨਾਨਕ। ਜਿਸ ਤਰੀਕੇ ਦੇ ਨਾਲ ਕੰਦ ਮੂਲ ਖਾਂਦਿਆਂ ਬੱਕਰੀ ਮਸਤ ਹੋਈ ਪਈ, ਉਹਨੂੰ ਸ਼ੇਰ ਦਾ ਖਿਆਲ ਹੀ ਹੈ ਨਹੀਂ, ਸ਼ੇਰ ਆ ਕੇ ਕਦੋਂ ਸ਼ਿਕਾਰ ਕਰ ਜਾਵੇ। ਇਸ ਤਰ੍ਹਾਂ ਸੰਸਾਰ ਇਹ ਵੀ ਸ਼ੋਕ ਹਰਖ ਵਿੱਚ ਸਾਧ ਸੰਗਤ ਜੀ ਖੁਸ਼ੀ ਗਮੀ ਦੇ ਵਿੱਚ ਰੁੱਝਿਆ ਆ। ਪਤਾ ਨਹੀਂ ਕਦੋਂ ਮੌਤ ਰੂਪੀ ਸ਼ੇਰ, ਕਾਲ ਰੂਪੀ ਸ਼ੇਰ ਆ ਜਾਵੇ ਤੇ ਕਿਸ ਵੇਲੇ ਭਾਈ ਸਾਡੇ ਵਿੱਚੋਂ ਸਾਹ ਕੱਢ ਕੇ ਲੈ ਜਾਵੇ। ਜ਼ਰੂਰੀ ਥੋੜਾ ਵੀ ਬੁੱਢੇ ਹੋ ਕੇ ਮਰਨਾ, ਕਿੱਥੇ ਲਿਖਿਆ। ਮਹਾਰਾਜ ਕਹਿੰਦੇ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨਹੀਂ ਲੱਦਿਆ ਇੱਕ ਲੱਦ ਚਲੇ, ਇੱਕ ਨਾ ਬੱਧੇ ਸਿਰ ਭਾਰ। ਮੌਤ ਮੂਰਤ ਨਹੀਂ ਪੁੱਛਦੀ ਵੀ ਤੈਨੂੰ ਸੰਗਰਾਂਦ ਮੱਸਿਆ ਵਾਲੇ ਦਿਨ ਹੀ ਲੈ ਜਾਊ, ਛੱਡ ਦੋ ਭੁਲੇਖਾ। ਕਹਿੰਦੇ ਪੁੱਛੀ ਥਿਤ ਨਾ ਵਾਰ, ਮੌਤ ਵਾਰ ਵੀ ਨਹੀਂ ਪੁੱਛਦੀ ਵੀ ਤੈਨੂੰ ਐਤਵਾਰ ਵਾਲੇ ਦਿਨ ਲੈ ਜਾਊ, ਤੇਰੀ ਛੁੱਟੀ ਹੁੰਦੀ ਆ, ਇਹ ਵੀ ਛੱਡ ਦੋ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨਹੀਂ ਲੱਦਿਆ ਇੱਕ ਲੱਦ ਚਲੇ, ਇੱਕ ਨਾ ਬੱਧੇ ਸਿਰ ਭਾਰ। ਕਈਆਂ ਨੇ ਪੰਡਾਂ ਲੱਦ ਲਈਆਂ, ਕਈ ਪੰਡਾਂ ਬੰਨ ਰਹੇ ਆ, ਕਈ ਸਿਰ ਤੇ ਚੱਕ ਕੇ ਤੁਰ ਪਏ ਆ। ਮੌਤ ਦੇ ਇਹ ਹਾਲ ਨੇ ਖਾਲਸਾ ਜੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਹਰਖ ਸੋਗ ਦੇ ਵਿੱਚ ਹੀ ਵਿਆਪੇ ਫਿਰਦੇ ਹੋ, ਪਤਾ ਕੋਈ ਨਹੀਂ ਵੀ ਕਿਸ ਵੇਲੇ ਕਾਲ ਰੂਪੀ ਸ਼ੇਰ ਨੇ ਸਾਨੂੰ ਆ ਕੇ ਹੜਪ ਲੈਣਾ ਆ। ਮੌਤ ਐਸੀ ਬਲਵਾਨ ਹੈ, ਕਿਤੇ ਨਹੀਂ ਲਿਖਿਆ ਵੀ ਬੁੱਢੇ ਹੋ ਕੇ ਹੀ ਮਰਨਾ। ਪਾਤਸ਼ਾਹ ਜੀ ਕਹਿੰਦੇ ਬਾਰੇ ਬੁੱਢੇ ਤਰਨੇ ਭਈਆ, ਸਭਹੂ ਜਮ ਲੈ ਜਈ ਹੈ ਰੇ। ਬਾਰੇ ਦਾ ਅਰਥ ਹੁੰਦਾ ਬੱਚੇ, ਬੁੱਢੇ ਦਾ ਅਰਥ ਬਜ਼ੁਰਗ, ਤਰਨੇ ਜਵਾਨ। ਬਾਰੇ ਬੁੱਢੇ ਤਰਨੇ ਭਈਆ, ਸਭਹੂ ਜਮ ਲੈ ਜਈ ਹੈ ਰੇ। ਮੌਤ ਨਹੀਂ ਖਾਲਸਾ ਜੀ ਕਿਸੇ ਨੂੰ ਪੁੱਛਦੀ ਹੁੰਦੀ, ਮੌਤ ਕਿਸੇ ਵੀ ਸਮੇਂ ਕਿਤੇ ਵੀ ਆ ਸਕਦੀ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਐ ਭਲਿਓ ਹਰਖ ਸੋਗ ਦੇ ਵਿੱਚ ਖੁਸ਼ੀ ਗਮੀ ਵਿੱਚ ਹੀ ਸੰਸਾਰ ਵਿਆਪਿਆ ਹੋਇਆ। ਜਿਵੇਂ ਬੱਕਰੀ ਕੰਦ ਮੂਲ ਦੇ ਖੱਟੇ ਮਿੱਠੇ ਦੇ ਵਿੱਚ ਹੀ ਰਲੀ ਹੋਈ ਤੇ ਚੁਗੀ ਜਾਂਦੀ ਹੈ, ਸ਼ੇਰ ਦਾ ਖਿਆਲ ਛੱਡ ਕੇ ਜੀ। ਚਲੰ ਛਿਦਰੰ ਕੋਟ ਬਿਗਨੰ, ਅਪਰਾਧੰ ਕਿਲ ਬਿਖ ਮਲੰ। ਕਿਸੇ ਨਾਲ ਛਲ ਕਰਨਾ, ਛਿਦਰ ਧੋਖਾ ਕਰਨਾ, ਵਿਘਨ ਪਾਉਣੇ, ਕਰੋੜਾਂ ਵਿਘਨ ਪੈ ਜਾਂਦੇ ਹੁੰਦੇ ਆ ਦੁਨੀਆ ਦੇ ਕੰਮਾਂ ਕਾਰਾਂ ਵਿੱਚ। ਅਪਰਾਧ ਕਰਨੇ, ਵੱਡੇ ਵੱਡੇ ਪਾਪ ਕਰਨੇ, ਕਿਲ ਬਿਖ ਜ਼ਹਿਰ ਵਰਗੇ ਵੱਡੇ ਵੱਡੇ ਪਾਪ ਕਰਨੇ। ਕਿਲ ਦਾ ਅਰਥ ਹੁੰਦਾ ਵੱਡੇ, ਬਿਖ ਜ਼ਹਿਰ ਨੂੰ ਕਹਿੰਦੇ ਆ। ਇਹੋ ਜਿਹੇ ਪਾਪ ਅਪਰਾਧ ਕਰਨੇ ਖਾਲਸਾ ਜੀ ਜਿਹੜੇ ਜ਼ਹਿਰ ਵਰਗੇ ਹੋਣ। ਜ਼ਹਿਰ ਕੀ ਕਰਦਾ ਹੈ? ਸਾਨੂੰ ਮਾਰ ਦਿੰਦਾ ਆ। ਅਪਰਾਧ ਕੀ ਕਰਦੇ ਆ? ਉਹਨਾਂ ਨੇ ਸਾਨੂੰ ਸਜ਼ਾ ਦਵਾ ਦੇਣੀ ਹੈ। ਇਸ ਕਰਕੇ ਛਲੰ ਛਿਦਰੰ ਕੋਟ ਬਿਗਨੰ, ਅਪਰਾਧੰ ਕਿਲ ਬਿਖ ਮਲੰ। ਮਲ ਮੈਲ ਜਿਹੜੀ ਆ ਸਾਡੇ ਮਨ ਦੀ, ਇਹ 6-7 ਚੀਜ਼ਾਂ ਗਿਣ ਲਿਓ ਜੀ। ਪਰਮ ਮੋਹੰ ਮਾਨ ਅਪਮਾਨੰ, ਮਦੰ ਮਾਇਆ ਵਿਆਪਤੰ। ਫੇਰ ਖਾਲਸਾ ਜੀ ਇਹ ਦੁਨੀਆ ਦੇ ਵਿੱਚ ਬੰਦੇ ਨੂੰ ਭਰਮ ਵਹਿਮ ਬੜੇ ਜ਼ਿਆਦੇ ਆ, ਮੋਹ ਦੇ ਵਿੱਚ ਰਚਿਆ ਹੋਇਆ, ਝੂਠਾ ਮਾਨ ਕਰੀ ਜਾਂਦਾ ਹੁੰਦਾ ਆ। ਫਿਰ ਅਪਮਾਨ, ਕਈ ਵਾਰੀ ਇਹਦੀ ਬੇਇੱਜ਼ਤੀ ਵੀ ਹੋ ਜਾਂਦੀ ਹੁੰਦੀ ਹੈ, ਮਨ ਤੇ ਲਾ ਜਾਂਦਾ ਗੱਲ। ਤੇ ਇਸ ਤਰ੍ਹਾਂ ਮਦੰ ਮਾਇਆ, ਮਾਇਆ ਦਾ ਨਸ਼ਾ ਆ ਇਹਨੂੰ। ਤੇ ਫਿਰ ਵਿਆਪਤੰ, ਇਹ ਚੀਜ਼ਾਂ ਵਿਆਪੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਆ ਨਾ ਵੀ ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮਾਤਾ ਦਾ ਅਰਥ ਹੁੰਦਾ ਮਸਤ ਹੋਇਆ, ਮਾਤਾ ਨਹੀਂ ਕਹਿਣਾ, ਮਾਤਾ। ਜਿਹੜੇ ਬੰਦੇ ਨੂੰ ਮਾਇਆ ਦਾ ਨਸ਼ਾ ਹੋ ਜਾਂਦਾ, ਉਹਨੂੰ ਬੋਲਣ ਦੀ ਅਕਲ ਨਹੀਂ ਰਹਿੰਦੀ, ਉਹਨੂੰ ਪਤਾ ਨਹੀਂ ਚੱਲਦਾ ਫਿਰ ਮੈਂ ਕਿੱਥੇ ਕੀ ਬੋਲਣਾ ਆ। ਇਸ ਕਰਕੇ ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਉਹਨੂੰ ਖਾਲਸਾ ਜੀ ਮੌਤ ਚੇਤੇ ਨਹੀਂ ਆਉਂਦੀ ਜਿਹਨੂੰ ਮਾਇਆ ਦਾ ਨਸ਼ਾ ਹੋ ਜਾਂਦਾ। ਜਿਹਨੂੰ ਮਾਇਆ ਦਾ ਨਸ਼ਾ ਹੋ ਗਿਆ ਤੇ ਫਿਰ ਉਹ ਮਾਇਆ ਦੇ ਨਸ਼ੇ ਵਿੱਚ ਹੀ ਖੂਬਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਵੀ ਮਾਇਆ ਉਹਨੂੰ ਵਿਆਪੀ ਹੁੰਦੀ ਹੈ ਜੀ। ਮ੍ਰਿਤੋ ਜਨਮ ਪਰਮੰਤ ਨਰਕ ਹੈ, ਅਨਕ ਉਪਾਵੰ ਨਾ ਸਿਧਿਅਤੇ। ਫਿਰ ਮ੍ਰਿਤਿਉ ਦੇ ਵਿੱਚ ਤੇ ਜਨਮ ਦੇ ਵਿੱਚ, ਜੰਮਣ ਮਰਨ ਦੇ ਵਿੱਚ ਹੀ ਫਿਰ ਇਹ ਸਾਧ ਸੰਗਤ ਜੀ
ਭਟਕਦਾ ਰਹਿੰਦਾ ਹੈ ਤੇ ਨਰਕਾਂ ਦੇ ਗੇੜੇ ਨੂੰ ਬੜੇ ਵੱਜਦੇ ਆ। ਅਨੇਕ ਉਪਾਵੰ ਨਾ ਸਿੱਧਿਅਤੇ, ਬੜੇ ਤਰ੍ਹਾਂ ਦੇ ਫੇਰ ਭਾਵੇਂ ਯਤਨ ਕਰ ਲਵੇ ਫੇਰ ਨਹੀਂ ਕੁਝ ਸਿੱਧੀ ਹੋ ਸਕਦੀ, ਫੇਰ ਜਨਮ ਸਿੱਧ ਨਹੀਂ ਹੋ ਸਕਦਾ। ਭਾਵੇਂ ਜਿੰਨੇ ਮਰਜ਼ੀ ਜਨਮ ਕਰ, ਜਿੰਨੇ ਮਰਜ਼ੀ ਜਨਮ ਲੈ ਕਰਕੇ ਭਾਵੇਂ ਜੋ ਮਰਜ਼ੀ ਕਰ ਲਵੇ, ਫੇਰ ਨਹੀਂ ਕਿਸੇ ਵੀ ਤਰੀਕੇ ਨਾਲ ਜਨਮ ਇਹ ਸਫਲ ਹੋ ਸਕਦਾ। ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟ ਹੈ। ਨਿਰਵਾਣ ਕੀਰਤਨ ਗਵਹ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟ ਹੈ। ਕੁਝ ਮਰਜ਼ੀ ਕਰ ਲਓ ਭਾਈ, ਕਰਮ ਧਰਮ ਪਖੰਡ ਸਾਰੇ ਇਹ ਫਿਰ ਪਿੱਛੇ ਹੀ ਰਹਿ ਜਾਂਦੇ ਆ। ਮਾਲਕ ਦਾ ਜਾਸੀ ਅਗਾਂਹ ਜਾਂਦਾ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੌਤ ਤੋਂ ਬਾਅਦ ਵਿੱਚ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਬੰਦਾ ਪਿਆ ਰਹਿੰਦਾ। ਕਈ ਲੋਕ ਕਹਿਣਗੇ ਨਹੀਂ ਜੀ 84 ਲੱਖ ਜੂਨਾਂ ਤੇ ਹੁੰਦੀਆਂ ਹੀ ਨਹੀਂ। ਢੱਡਰੇ ਵਾਲਾ ਪਤਾ ਕੀ ਕਹਿੰਦਾ, ਅਖੇ ਜਦੋਂ ਬੰਦਾ ਗੁੱਸੇ 'ਚ ਹੁੰਦਾ ਉਦੋਂ ਸਮਝੋ ਵੀ ਬੰਦਾ ਖੋਤੇ ਦੇ ਰੂਪ ਦੇ ਵਿੱਚ ਆ। ਉਹਨੇ ਇਦਾਂ ਹੀ ਕੱਢ ਲਈਆਂ ਜੂਨਾਂ। ਕਹਿੰਦੇ ਵੀ ਜਦੋਂ ਟੱਪਦਾ ਫਿਰਦਾ ਉਦੋਂ ਬਾਂਦਰ ਦੀ ਜੂਨ ਦੇ ਵਿੱਚ, ਇਹੋ ਜਿਹੀ ਉਹਦੀ ਮੱਤ ਮਾਰੀ ਗਈ। ਗੁਰਬਾਣੀ ਤੇ ਕਹਿੰਦੀ ਆ ਵੀ 42 ਲੱਖ ਜੀ ਜਲ ਮਹਿ ਹੋਤੇ, ਬੀਠਲ ਪਹਿਲਾ ਕਾਏ ਕਰਮ। ਮਹਾਰਾਜ ਕਹਿੰਦੇ 42 ਲੱਖ ਤਰ੍ਹਾਂ ਦੇ ਜੀਵ ਤੇ ਇਕੱਲੇ ਪਾਣੀ ਵਿੱਚ ਹੀ ਨੇ, ਤੇ 42 ਲੱਖ ਫਿਰ ਉੱਤੇ ਲਾ ਲਓ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਭਏ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮ ਘੋੜਾ ਬਣਿਆ ਰਿਹਾ, ਕਈ ਜਨਮ ਰੁੱਖ ਬਣਿਆ ਰਿਹਾ, ਕਈ ਜਨਮ ਪਹਾੜ ਬਣਿਆ ਰਿਹਾ, ਕਈ ਜਨਮ ਖੋਤਾ ਗਧਾ ਬਣਿਆ ਰਿਹਾ, ਹਾਥੀ ਬਣਿਆ ਰਿਹਾ। ਕਿੰਨੇ ਕੁ ਜਨਮ ਗਣਾਈਏ, ਮਹਾਰਾਜ ਕਹਿੰਦੇ ਆ। ਵਿਸ਼ਵਾਸ ਦੀ ਗੱਲ ਹੈ। ਮਹਾਰਾਜ ਕਹਿੰਦੇ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਫਿਰ ਪਿਆ ਰਹਿੰਦਾ ਹੈ ਭਾਈ। ਇਸ ਕਰਕੇ ਮਾਲਕ ਦੀ ਬੰਦਗੀ ਤੋਂ ਬਗੈਰ ਕਦੇ ਵੀ ਫਿਰ ਜੀਵਨ ਸਫਲ ਸਿੱਧ ਨਹੀਂ ਹੋ ਸਕਦਾ ਜੀ। ਨਿਰਮਲੰ ਸਾਧ ਸੰਗ ਹੈ, ਜਪੰਤ ਨਾਨਕ ਗੋਪਾਲ ਨਾਮੰ। ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ ਖਾਲਸਾ ਜੀ, ਮਹਾਰਾਜ ਸਾਡੇ ਵਰਗੇ ਜੀਵ ਤਾਂ ਫਿਰ ਇਹਨਾਂ ਚੀਜ਼ਾਂ ਵਿੱਚ ਹੀ ਵੱਜੇ ਪਏ ਆ। ਜੇ ਘਰੇ ਵਿਆਹ ਆ ਗਿਆ ਕਿਸੇ ਦਾ, ਫਿਰ ਚਾਅ ਚੜ ਗਿਆ, ਕਿਸੇ ਦੀ ਮੌਤ ਹੋ ਗਈ ਤੇ ਫਿਰ ਭਾਣਾ ਆ ਜੀ। ਅਸਲ ਦੇ ਵਿੱਚ ਇਹ ਵੀ ਵੱਡਾ ਭੁਲੇਖਾ ਆ। ਮੇਰੇ ਵਰਗੇ ਮੂਰਖ ਲੋਕ ਜਦੋਂ ਕਿਸੇ ਦੀ ਮੌਤ ਹੋਊਗੀ ਜਾਂ ਕਿਸੇ ਦਾ ਬੁਰਾ ਹੋਊਗਾ, ਮੈਂ ਕਹਿਣਾ ਇਹ ਤੇ ਭਾਣਾ ਆ। ਮਹਾਰਾਜ ਕਹਿੰਦੇ ਉਦੋਂ ਵੀ ਭਾਣਾ ਜਦੋਂ ਕੋਈ ਜੰਮਦਾ ਹੈ। ਆਨੰਦ ਸਾਹਿਬ ਰੋਜ਼ ਪੜ੍ਹਦੇ ਆ। ਪਾਤਸ਼ਾਹ ਜੀ ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਭਾਣੇ ਵਿੱਚ ਹੀ ਜੰਮਿਆ ਤੇ ਭਾਣੇ ਵਿੱਚ ਹੀ ਮਰਨਾ, ਤੇ ਫਿਰ ਕੱਲਾ ਮੌਤ ਵੇਲੇ ਭਾਣਾ ਕਿਉਂ ਆ? ਪਰ ਹਾਲ ਐਸੇ ਨੇ ਵੀ ਜਦੋਂ ਕਿਸੇ ਦੇ ਘਰੇ ਕੋਈ ਧੀ ਪੁੱਤ ਜੰਮ ਪਵੇ ਤੇ ਫੇਰ ਥੋੜਾ ਮਾਲਕ ਨੂੰ ਚੇਤੇ ਕਰਨਾ, ਹੀ ਫਲਾਣੀ ਦੇ ਘਰੇ ਤੇ ਬਾਹਲਾ ਸੋਹਣਾ ਪੁੱਤ ਹੋਇਆ, ਫਲਾਣੇ ਦੇ ਘਰੇ ਪੁੱਤ ਬੜਾ ਪਿਆਰਾ ਆ। ਜੇ ਚੜਾਈ ਕਰ ਜਵੇ ਚੁੱਕ ਲਿਆ ਜੀ ਰੱਬ ਨੇ। ਅੱਛਾ, ਚੁੱਕਣ ਵਾਲਾ ਰੱਬ ਹੈ, ਲਿਆਉਣ ਵਾਲੇ ਅਸੀਂ। ਇਹ ਜਿਹੜਾ ਫਿਲਾਸਫਾ ਆ ਇਹ ਨਹੀਂ ਖਾਲਸਾ ਜੀ ਚੱਲਦਾ ਹੁੰਦਾ। ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਵੀ ਭਾਈ ਇਸ ਜਹਾਨ ਦੇ ਵਿੱਚ ਵਾਹਿਗੁਰੂ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ, ਮਹਾਰਾਜ ਸਾਡੇ ਵਰਗੇ ਦੇ ਲੋਕ ਇਹੋ ਕੁਝ ਕਰਦੇ ਨੇ, ਦੁੱਖ ਸੁੱਖ ਦੇ ਵਿੱਚ ਇਦਾਂ ਹੀ ਰਹਿੰਦੇ ਆ, ਖੁਸ਼ੀ ਗਮੀ ਚੱਲਦੀ ਰਹਿੰਦੀ ਹੈ, ਮਹਾਰਾਜ ਪਵਿੱਤਰ ਕਿਵੇਂ ਹੋਈਏ? ਨਿਰਮਲੰ ਨਿਰਦਰਥ ਪਰੇ, ਮਲ ਮੈਲ, ਮੈਲ ਤੋਂ ਪਰੇ ਜਿਹੜਾ ਹੋ ਗਿਆ ਉਹਨੂੰ ਕੀ ਕਹਿੰਦੇ ਆ? ਪਵਿੱਤਰ ਹੋ ਗਿਆ, ਸੁਥਰਾ ਹੋ ਗਿਆ, ਸਾਫ ਸੁਥਰਾ ਹੋ ਗਿਆ। ਮਹਾਰਾਜ ਪਵਿੱਤਰ ਕਿਵੇਂ ਹੋਈਏ? ਪਾਤਸ਼ਾਹ ਜੀ ਕਹਿੰਦੇ ਨਿਰਮਲੰ ਸਾਧ ਸੰਗ ਹੈ। ਸਾਧ ਸੰਗਤ ਵਿੱਚ ਜਾ ਕੇ ਭਾਈ ਨਿਰਮਲ ਹੋਇਆ ਜਾਂਦਾ, ਪਵਿੱਤਰ ਹੋਇਆ ਜਾਂਦਾ ਹੈ। ਜਪੰਤ ਨਾਨਕ ਗੋਪਾਲ ਨਾਮ, ਕਿਉਂਕਿ ਉਥੇ ਗੋਪਾਲ ਧਰਤੀ ਨੂੰ ਪਾਲਣ ਵਾਲਾ, ਗੋ ਨਾਮ ਧਰਤੀ ਦਾ ਵੀ ਹੈ, ਗੋ ਨਾਮ ਇੰਦਰੀਆਂ ਦਾ ਵੀ ਹੈ। ਸਰੀਰ ਦੀਆਂ 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। ਜਿਹੜੀ ਸਾਡੀ ਜੀਭ ਆ ਇਹ ਅੱਧੀ ਕਰਮ ਇੰਦਰੀ ਆ ਤੇ ਅੱਧੀ ਗਿਆਨ ਇੰਦਰੀ ਹੈ। ਗਿਆਨ ਇੰਦਰੀ ਉਹ ਹੈ ਜਿਹੜੀ ਸਾਡੇ ਮੂੰਹ ਦੇ ਵਿੱਚ ਦੰਦਾਂ ਦੇ ਵਿਚਕਾਰ ਜਾੜਾਂ ਤੋਂ ਅੱਗੇ ਤੱਕ ਆ, ਕਿਉਂਕਿ ਉਹਨੇ ਸਵਾਦ ਦਾ ਗਿਆਨ ਦੇਣਾ ਹੈ। ਜਿਹੜੀ ਗਲੇ ਦੇ ਵਿੱਚ ਪਿੱਛੇ ਜੀਭ ਆ ਉਹ ਕਰਮ ਇੰਦਰੀ ਹੈ, ਕਿਉਂਕਿ ਇਹਨੇ ਭੋਜਨ ਪੇਟ ਵਿੱਚ ਪਹੁੰਚਾਉਣ ਦਾ ਕਰਮ ਕਰਨਾ ਹੈ। ਇਸ ਕਰਕੇ ਖਾਲਸਾ ਜੀ 10 ਇੰਦਰੀਆਂ ਨੇ ਸਰੀਰ ਦੀਆਂ, 10 ਇੰਦਰੀਆਂ ਨੂੰ ਪਾਲਣ ਚਲਾਉਣ ਵਾਲਾ
ਮਾਲਕ ਅਕਾਲ ਪੁਰਖ ਵਾਹਿਗੁਰੂ, ਉਹਦਾ ਨਾਮ ਸਿਮਰਨ ਸੰਗਤ ਵਿੱਚ ਜਪਿਆ ਜਾਂਦਾ। ਇਸ ਕਰਕੇ ਸੰਗਤ ਵਿੱਚ ਜਾਣ ਦਾ ਫਲਾ ਉਪਦੇਸ਼ ਬੜਾ ਮਹਾਨ ਹੈ ਜੀ। ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਕਿਉਂਕਿ ਸਾਧੂਆਂ ਦੀ ਸੰਗਤ ਵਿੱਚ ਜਿਹੜੇ ਸਾਧੂ ਜਨ ਹੁੰਦੇ ਨੇ ਉਹ ਨਿਤਾ ਪ੍ਰਤੀ ਭਾਈ ਗੋਬਿੰਦ ਦੇ ਗੁਣ ਰਮਦੇ ਹਨ, ਗਾਉਂਦੇ ਹਨ। ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਰ ਹੈ। ਜਿਹੜਾ ਪਰਮੇਸ਼ਰ ਆ ਉਹ ਬੜਾ ਮਹਾਨ ਆ। ਉਹਦੇ ਚਰਨਾਂ ਦੀ ਸ਼ਰਨ ਲੈਣ ਦੇ ਯੋਗ ਆ ਵੀ ਉਹਦੇ ਚਰਨਾਂ ਵਿੱਚ ਆਪਾਂ ਸ਼ਰਨ ਲੈ ਲਈਏ। ਅਣ ਨਾਮ ਓਟ ਦਾ ਹੁੰਦਾ, ਸਰ ਨਾਮ ਨੀਵੇਂ ਹੋ ਕੇ ਚਰਨ ਪੈਰਾਂ ਨੂੰ ਕਹਿੰਦੇ ਆ ਓਟ ਲੈ ਲੈਣੀ, ਸ਼ਰਨ ਲੈ ਲੈਣੀ। ਇਸ ਕਰਕੇ ਚਰਨ ਸ਼ਰਨ ਉਸ ਮਾਲਕ ਦੀ, ਸੁਆਮੀ ਦੀ ਸ਼ਰਨ ਲੈ ਲੈਣੀ ਭਾਈ। ਤੇ ਇਸ ਤਰ੍ਹਾਂ ਰਮਨ ਸੀਲ ਪਰਮੇਸ਼ਰ ਹੈ। ਫਿਰ ਸੀਲ ਠੰਡੇ ਸੁਭਾਅ ਵਾਲੇ ਮਾਲਕ ਨੂੰ ਰਮ ਲੈਣਾ, ਉਸ ਨੂੰ ਚੇਤੇ ਕਰਨਾ, ਉਹਦਾ ਨਾਮ ਜਪਣਾ, ਇਹ ਸਭ ਤੋਂ ਉੱਤਮ ਕੰਮ ਹੈ ਜੀ। ਕਰਨ ਕਾਰਨ ਸਮਰਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਹਰ ਇੱਕ ਕਾਰਨ ਕਰਨ ਦੇ ਮਾਲਕ ਸਮਰੱਥ ਆ ਤੇ ਫਿਰ ਮਾਲਕ ਸਾਨੂੰ ਦਾਨ ਵੀ ਦੇਣ ਵਾਲਾ ਪੂਰਨ ਆ ਭਾਈ। ਉਹ ਮਾਲਕ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਜਪਜੀ ਸਾਹਿਬ ਪੜ੍ਹਦੇ ਹੋ, ਮਹਾਰਾਜ ਕਹਿੰਦੇ ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਹਾਰਾਜ ਕਹਿੰਦੇ ਜੁਗਾਂ ਜੁਗਾਂ ਤੱਕ ਖਾਈ ਜਾ, ਉਹਨੇ ਦੇਣ ਵਾਲੇ ਨੇ ਨਹੀਂ ਥਕਣਾ ਕਦੇ। ਸਾਨੂੰ ਹੀ ਮੰਗਣ ਦਾ ਚਾਹ ਨਹੀਂ, ਉਹਨੂੰ ਤੇ ਚਾਹ ਚੜਿਆ ਹੁੰਦਾ ਮਾਲਕ ਨੂੰ ਦਾਤਾਂ ਦੇਣ ਦਾ, ਪਰ ਮੰਗਣ ਦਾ ਚੱਜ ਨਹੀਂ ਮੇਰੇ ਵਰਗੇ ਨੂੰ। ਇਸ ਕਰਕੇ ਖਾਲਸਾ ਜੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਦਾਨ ਦੇਤ ਪ੍ਰਭ ਪੂਰਨ ਹੈ। ਪੂਰਨ ਪ੍ਰਭੂ ਦਾਨ ਦਿੰਦਾ ਰਹਿੰਦਾ ਹੈ ਜੀ। ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਹੈ। ਤੇ ਇਸ ਤਰ੍ਹਾਂ ਜਿਹੜਾ ਬੰਦਾ ਨਿਰਾਸ਼ ਹੋ ਜਾਂਦਾ, ਜਿਹਦੀ ਕੋਈ ਆਸ ਨਹੀਂ ਰਹਿ ਜਾਂਦੀ ਕਿਸੇ ਤੇ, ਅਸਲ ਵਿੱਚ ਮਾਲਕ ਦੀ ਸ਼ਰਨ ਵਿੱਚ ਆਉਂਦਾ ਆ ਤੇ ਫਿਰ ਮਾਲਕ ਉਹਨੂੰ ਵੀ ਆਸਾਂ ਵਾਲਾ ਬਣਾ ਦਿੰਦਾ। ਜਿਸ ਬੰਦੇ ਨੂੰ ਕੋਈ ਆਸ ਨਹੀਂ ਰਹਿੰਦੀ ਦੁਨੀਆ ਤੋਂ, ਕਿਉਂਕਿ ਮਹਾਰਾਜ ਦੇ ਤੁਸੀਂ ਬਚਨ ਪੜ੍ਹੇ ਆ, ਪਾਤਸ਼ਾਹ ਜੀ ਕਹਿੰਦੇ ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਿਤਾ ਬਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬਾਂਧਵ, ਕਤੰਚ ਮੋਹ ਕੁਟੰਬਿਤੇ, ਕਤੰਚ ਚਪਲ ਮੋਹਨੀ ਰੂਪੰ ਪੇਖੰਤੇ, ਤਿਆਗੰ ਕਰੋਤ ਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿੰ ਅਚੁਤ ਤਨ ਹੈ। ਪਾਤਸ਼ਾਹ ਜੀ ਨੇ ਕਹਿ ਦਿੱਤਾ, ਦੱਸ ਕਿੱਥੇ ਹੈ ਤੇਰੀ ਮਾਂ, ਕਿੱਥੇ ਹੈ ਤੇਰਾ ਪਿਓ, ਭੈਣ ਭਰਾ ਕਿੱਥੇ ਨੇ ਸਾਰੇ? ਸਾਰਿਆਂ ਤੋਂ ਨਿਰਾਸ਼ ਹੋ ਗਿਆ ਨਾ, ਆਸ ਤੋਂ ਪਰੇ ਹੋ ਗਿਆ। ਸਾਰਿਆਂ ਦਾ ਪਿਆਰ ਵੀ ਫਿਰ ਤ੍ਰਿਗਾਕਾਰ ਆ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵ ਹੈ, ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ, ਤ੍ਰਿਗ ਸਨੇਹੰ ਗ੍ਰਹਾਰਥਕ ਹੈ। ਤੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਫਿਰ ਸਨੇਹ ਸੱਚਾ ਕਿਹਦਾ ਆ? ਤੇ ਸਤਿਗੁਰੂ ਜੀ ਕਹਿੰਦੇ ਵੀ ਸਾਧ ਸੰਗ ਸਨੇਹੰ ਸਤਯੰ ਸੁਖਯੰ ਵਸੰਤ ਨਾਨਕ ਹੈ। ਸੰਗਤ ਵਿੱਚ ਜਾਏਗਾ ਤੇ ਉੱਥੇ ਗੁਰੂ ਦਾ ਸੱਚਾ ਪਿਆਰ ਤੈਨੂੰ ਮਿਲਣਾ। ਗੁਰੂ ਨੇ ਕਦੇ ਜਾਣਾ ਨਹੀਂ ਦੁਨੀਆ ਤੋਂ। ਲੱਖਾਂ ਕਥਾਵਾਚਕ ਵੀ ਇੱਥੇ ਆਏ, ਲੱਖਾਂ ਹੀ ਸੰਗਤ ਵੀ ਇੱਥੇ ਆਈ, ਇੱਥੇ ਬਹਿਣ ਵਾਲੇ ਵੀ ਬੜੇ ਆਏ, ਇੱਥੋਂ ਜਾਣ ਵਾਲੇ ਵੀ ਬੜੇ ਆਏ। ਮੁੱਕਦੀ ਗੱਲ ਖਾਲਸਾ ਜੀ ਮਹਾਰਾਜ ਕਹਿੰਦੇ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਏ। ਜਿਹੜੇ ਆਸਣ ਤੇ ਆਪਾਂ ਬੈਠੇ ਆ, ਕਈ ਬਹਿ ਬਹਿ ਕੇ ਚਲੇ ਜਾਣੇ, ਪਰ ਗੁਰੂ ਉਹੀ ਉੱਥੇ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਉਹੀ ਹੈ, ਉੱਥੇ ਹੀ ਬੈਠੇ ਹੋਏ ਨੇ। ਉਪਦੇਸ਼ ਉਹੀ ਚੱਲ ਰਿਹਾ ਮਾਲਕ ਦਾ। ਉਹੀ ਜਪਜੀ ਸਾਹਿਬ ਦੀ ਬਾਣੀ ਭਾਈ ਤਾਰੂ ਸਿੰਘ ਜੀ ਪੜ੍ਹਦੇ ਸਨ, ਖੋਪੜੀ ਲਾਉਣ ਵਾਲੇ। ਉਹੀ ਜਪਜੀ ਸਾਹਿਬ ਦੀ ਬਾਣੀ ਮੈਂ ਪੜ੍ਹ ਰਿਹਾ, ਜਿਹੜਾ ਸੂਈ ਨਹੀਂ ਚੁਭਾ ਸਕਦਾ। ਬਾਣੀ ਵਿੱਚ ਤੇ ਕੋਈ ਫਰਕ ਨਹੀਂ, ਸਿੱਖ ਵਿੱਚ ਫਰਕ ਹੈ। ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਵੀ ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਵਾਹਿਗੁਰੂ। ਆਲ ਨਾਮ ਘਰ ਦਾ ਆ ਖਾਲਸਾ ਜੀ, ਆਲਿਆ ਹੈ, ਹਾਹਾ ਪਿੱਛੇ ਲੱਗਿਆ ਹੋਇਆ। ਵੱਡਾ ਤੋਂ ਵੱਡਾ ਘਰ ਜਿਹੜਾ ਆ ਉਹ ਫਿਰ ਮਾਲਕ ਦੀ ਆਸ ਦੇ ਨਾਲ ਬਣ ਜਾਂਦਾ। ਜਦੋਂ ਮਾਲਕ ਦੇ ਵਿੱਚ ਆਪਾਂ ਆਸ ਰੱਖ ਲੈਂਦੇ ਆ। ਚਾਰ ਤਰ੍ਹਾਂ ਦੇ ਪਦਾਰਥ ਹੁੰਦੇ ਨੇ, ਧਰਮ ਅਰਥ ਕਾਮ ਮੋਖ। ਦੁਨਿਆਵੀ ਅਰਥੀ ਜਿਹੜੇ ਪਦਾਰਥ ਹੁੰਦੇ ਹਨ ਫਿਰ ਸਾਰੇ ਦੇ ਸਾਰੇ ਪ੍ਰਾਪਤ ਹੋ ਜਾਂਦੇ ਨੇ ਜੀ ਸੰਗਤ ਵਿੱਚ
ਪਹੁੰਚ ਕਰਕੇ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ। ਗੁਣਾਂ ਦਾ ਖਜ਼ਾਨਾ ਆ ਮਾਲਕ ਅਕਾਲ ਪੁਰਖ ਵਾਹਿਗੁਰੂ। ਜਿਹੜਾ ਉਸ ਨੂੰ ਕੋਈ ਸਿਮਰਦਾ ਆ, ਸਾਰੇ ਜਾਚਕ ਮੰਗਤੇ ਭਾਈ ਉਹਦੇ ਕੋਲੋਂ ਮੰਗਦੇ ਨੇ, ਉਹ ਸਾਰਿਆਂ ਦੀਆਂ ਝੋਲੀਆਂ ਭਰਦਾ ਹੈ। ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੁਖਨ ਹੈ। ਜਿਹੜਾ ਸਥਾਨ ਸਾਧ ਸੰਗਤ ਜੀ ਦੁਰਗਮ ਆ, ਗਮ ਨਾਮ ਚੱਲਣ ਦਾ ਆ, ਗਮਨ ਨਾਮ ਪਹੁੰਚਣ ਦਾ ਆ, ਚੱਲ ਕੇ ਪਹੁੰਚਣਾ। ਦੁਰਗਮ ਦੁਰ ਔਖਾ, ਜਿਹੜੇ ਰਸਤੇ ਤੇ ਪਹੁੰਚਿਆ ਨਹੀਂ ਜਾਂਦਾ। ਸੁਗਮ ਸੌਖੇ ਆ ਪਹੁੰਚਿਆ ਜਾਂਦਾ ਵੇ ਜਿੱਥੇ। ਔਖਾ ਥਾਂ ਵੀ ਸੌਖਾ ਬਣ ਜਾਂਦਾ ਹੈ। ਜਿੱਥੇ ਪਹੁੰਚਿਆ ਨਹੀਂ ਨਾ ਜਾਂਦਾ ਉੱਥੇ ਵੀ ਸੌਖਿਆਂ ਪਹੁੰਚਿਆ ਜਾਂਦਾ। ਕਦੋਂ ਭਲਾ? ਕਹਿੰਦੇ ਵੀ ਮਹਾ ਦੁੱਖ ਸਰਬ ਸੁਖਨ ਹੈ। ਵੱਡੇ ਵੱਡੇ ਦੁੱਖ ਵੀ ਸੁਖ ਬਣ ਜਾਂਦੇ ਹਨ। ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ। ਜਿਹੜੇ ਖਾਲਸਾ ਜੀ ਦੁਰਬਚਨ ਖੋਟੇ ਬਚਨ ਹੁੰਦੇ ਨੇ, ਭੇਦ ਭਰਮ, ਵੱਡੇ ਵੱਡੇ ਭੇਦ ਭਰਮ ਬਣ ਜਾਂਦੇ ਹਨ। ਤੇ ਜਿਹੜੇ ਸਾਕਤ ਹੁੰਦੇ ਨੇ, ਸਾਕਤ ਕੌਣ ਹੁੰਦੇ ਆ? ਮਹਾਰਾਜ ਕਹਿੰਦੇ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਦ ਨੈਣੋ ਡੀਠੀ। ਜਿਹਨੂੰ ਗੁਰੂ ਦਾ ਅੰਮ੍ਰਿਤ ਨਾਮ ਕੌੜਾ ਲੱਗਦਾ ਹੋਵੇ ਤੇ ਦੁਨੀਆ ਦੀ ਨਿੰਦਿਆ ਚੁਗਲੀ ਬੜੀ ਮਿੱਠੀ ਲੱਗਦੀ ਹੋਵੇ। ਪਿਸਨੰਤ ਵੈਸੇ ਕਹਿੰਦੇ ਹੀ ਚੁਗਲਖੋਰ ਨੂੰ ਹੈ, ਨਿੰਦਿਆ ਕਰਨ ਵਾਲੇ ਨੂੰ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਾਕਤ ਪਿਸਨੰਤ ਸੁਰਜਨ ਹੈ। ਵੱਡੇ ਤੋਂ ਵੱਡਾ ਸਾਕਤ ਬੰਦਾ, ਵੱਡੇ ਤੋਂ ਵੱਡਾ ਚੁਗਲਖੋਰ ਬੰਦਾ ਵੀ ਸੰਤ ਬਣ ਜਾਂਦਾ ਹੈ, ਰੱਬ ਦਾ ਪਿਆਰਾ ਬਣ ਜਾਂਦਾ ਜਦੋਂ ਨਾਮ ਜਪਣ ਲੱਗ ਜਾਵੇ ਤੇ ਜਦੋਂ ਸੰਗਤ ਵਿੱਚ ਆਉਣ ਲੱਗ ਜਾਵੇ ਜੀ। ਅਸਤੰ ਸੋਗ ਹਰਖੰ ਪੈਖੀਨੰਤ ਨਿਰਭਵ ਹੈ। ਇਸ ਤਰ੍ਹਾਂ ਖਾਲਸਾ ਜੀ ਅਸਥਿਤੰ ਟਿਕ ਜਾਂਦਾ ਆ, ਸੋਗ ਹਰਖ ਦੇ ਵਿੱਚੋਂ ਟਿਕਾ ਆ ਜਾਂਦਾ। ਖੁਸ਼ੀ ਗਮੀ ਫਿਰ ਤੰਗ ਨਹੀਂ ਜ਼ਿਆਦਾ ਕਰਦੀ ਤੇ ਭੈ ਖੀਣੰਤ ਨਿਰਭਵ ਹੈ। ਤੇ ਇਸ ਤਰ੍ਹਾਂ ਡਰ ਖੀਣ ਹੋ ਜਾਂਦਾ ਆ ਤੇ ਉਹ ਮਨੁੱਖ ਨਿਰਭੈ ਹੋ ਜਾਂਦਾ ਹੈ, ਨਿਡਰ ਹੋ ਜਾਂਦਾ ਹੈ ਭਾਈ, ਜਿਹਦੇ ਤੇ ਸੰਗਤ ਦੀ ਕਿਰਪਾ ਹੋ ਜਵੇ, ਸਾਧ ਸੰਗਤ ਵਿੱਚ ਪਹੁੰਚੇ ਜੀ। ਪੈ ਅਟਵਿਯੰ ਮਹਾਨਗਰ ਬਾਸੰ ਧਰਮ ਲਖਿਅਨ ਪ੍ਰਭ ਮਇਆ। ਭੈ ਡਰ ਨੂੰ ਕਹਿੰਦੇ ਆ। ਅਟਵ ਨਾਮ ਜੰਗਲ ਦਾ ਆ, ਅਟਵਿਯੰ ਮਹਾਨ ਭਿਆਨਕ ਜੰਗਲ। ਅਟ ਨਾਮ ਅੜਨ ਦਾ ਵੀ ਹੈ, ਐਸਾ ਮਹਾਨ ਜੰਗਲ। ਇਸ ਤਰ੍ਹਾਂ ਮਹਾਨਗਰ ਬਾਸੰ ਕਹਿੰਦੇ ਵੀ ਜੰਗਲ ਵਿੱਚ ਸਮਝੋ ਕੋਈ ਨਗਰ ਵਸ ਰਿਹਾ ਹੋਵੇ ਤੇ ਉਹਨਾਂ ਨੂੰ ਡਰ ਹੀ ਡਰ ਹੁੰਦਾ ਵੀ ਪਤਾ ਨਹੀਂ ਕਦੋਂ ਸ਼ੇਰ ਕਿੱਧਰੋਂ ਆ ਜਾਵੇ, ਕੋਈ ਚੀਤਾ ਕਿੱਧਰੋਂ ਆ ਜਾਵੇ। ਤੇ ਇਸ ਤਰ੍ਹਾਂ ਧਰਮ ਲਖਣ ਪ੍ਰਭ ਮਾਇਆ। ਪਰ ਜੇ ਧਰਮ ਦੇ ਉੱਤੇ ਚੱਲਣ ਲੱਗ ਜਾਵੇ, ਮਾਲਕ ਦੀ ਕਿਰਪਾ ਹੋ ਜਾਂਦੀ, ਪ੍ਰਭੂ ਦੀ ਮਾਇਆ ਹੋ ਜਾਂਦੀ, ਰਹਿਮਤ ਹੋ ਜਾਂਦੀ ਹੈ ਤੇ ਇਹ ਸੰਸਾਰ ਰੂਪੀ ਭਿਆਨਕ ਜੰਗਲ ਦੇ ਵਿੱਚ, ਇਹ ਸੰਸਾਰ ਭਿਆਨਕ ਜੰਗਲ ਹੈ, ਇਹਦੇ ਵਿੱਚੋਂ ਮਾਲਕ ਸਾਡੀ ਰਾਖੀ ਕਰ ਲੈਂਦਾ। ਧਰਮ ਨੂੰ ਜਦੋਂ ਧਾਰਨ ਕਰ ਲਈਏ, ਧਰਮ ਐਸੀ ਚੀਜ਼ ਆ। ਧਰਮ ਦੇ ਬਾਬਤ ਗਿਆਨੀ ਹਰਦਿਆਲ ਜੀ ਕਹਿੰਦੇ ਨੇ ਕਿ ਭਾਈ ਖਿਮਾ ਅਹਿੰਸਾ ਦਇਆ ਮਿਰਦ ਸਤ ਬਚਨ ਤਪਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਇਹ ਧਰਮੀ ਬੰਦੇ ਦੇ 10 ਗੁਣ ਨੇ। ਖਿਮਾ ਕਰਨੀ, ਅਹਿੰਸਾ ਰੱਖਣੀ, ਦਇਆ ਕਰਨੀ, ਮਿਰਦ ਕੋਮਲ ਬਚਨ ਕਰਨੇ, ਸਤ ਬਚਨ ਸੱਚ ਬੋਲਣਾ, ਤਪ ਕਰਨਾ, ਦਾਨ ਕਰਨਾ, ਤੇ ਫਿਰ ਸੀਲ ਠੰਡਾ ਸੁਭਾਅ ਰੱਖਣਾ, ਤ੍ਰਿਸ਼ਨਾ ਤੋਂ ਦੂਰ ਹੋ ਜਾਣਾ। ਇਹ ਧਰਮੀ ਬੰਦੇ ਦੇ ਖਾਲਸਾ ਜੀ 10 ਗੁਣ ਨੇ। ਇਸ ਕਰਕੇ ਧਰਮ ਦੇ ਲਕਸ਼ਣ ਜਿਹਦੇ ਵਿੱਚ ਆ ਜਾਣ, ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਜੀ। ਸਾਧ ਸੰਗਮ ਰਾਮ ਰਾਮ ਰਮਣੰ ਸਰਨ ਨਾਨਕ ਹਰ ਹਰ ਦਿਆਲ ਚਰਨੰ। ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਪਹੁੰਚ ਕਰਕੇ ਤੇ ਮਾਲਕ ਦਾ ਰਾਮ ਰਾਮ ਰਮਣੰ, ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਰਾਮ ਨਾਮ ਰਮਿਆ ਜਾਂਦਾ ਹੈ ਤੇ ਫਿਰ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਜਾਂਦਾ ਤੇ ਉਹ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਦਇਆ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸਾਧੂਆਂ ਦੀ ਸੰਗਤ ਜਿਹੜੀ ਹੈ ਬੜੀ ਮਹਾਨ ਆ। ਇੱਕ ਨਾ ਬਾਬਾ ਵੀਰ ਸਿੰਘ ਜੀ ਹੋਏ ਆ ਨਰੰਗਾਬਾਦ ਵਾਲੇ, ਰਾਤ ਨੂੰ ਸੁੱਤੇ ਹੋਏ ਸੀ, ਕੁੱਤਿਆਂ ਦੇ ਜ਼ੋਰ ਜ਼ੋਰ ਦੀ ਰੌਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਬਾਬਾ ਜੀ ਨੂੰ। ਬਾਬਾ ਵੀਰ ਸਿੰਘ ਜੀ ਉੱਠੇ, ਆਸਣਾ ਤੋਂ ਮੰਜੇ ਤੋਂ ਉੱਠੇ। ਲਾਂਗਰੀ ਸੀ ਲੰਗਰ ਪਕਾਉਣ ਵਾਲਾ ਸਿੰਘ, ਉਹਨੂੰ ਕਿਹਾ ਵੀ ਸਿੰਘਾ ਇਹ ਕੁੱਤਿਆਂ ਦੀਆਂ ਰੌਣ ਦੀਆਂ ਆਵਾਜ਼ਾਂ ਕਿਉਂ ਆ ਰਹੀਆਂ ਨੇ? ਇਹ ਕੁੱਤੇ ਇੰਨੀ ਉੱਚੀ ਉੱਚੀ ਰੌਂ ਕਿਉਂ ਰਹੇ, ਭੌਂਕ ਕਿਉਂ ਰਹੇ ਆ?
ਉਹ ਸਿੰਘ ਨੇ ਕਿਹਾ, ਕਹਿੰਦਾ ਮਹਾਂਪੁਰਖੋ ਇਹ ਕੁੱਤਿਆਂ ਨੂੰ ਭੁੱਖ ਲੱਗੀ ਹੋਣੀ ਆ। 20-25 ਕੁੱਤੇ ਸੀ ਤੇ ਉਹਨਾਂ ਦੇ ਡੇਰੇ ਦੇ ਬਾਹਰ ਤੇ ਉੱਚੀ ਉੱਚੀ ਰੌਂਦੇ ਪਏ ਸੀ। ਤੇ ਮਹਾਂਪੁਰਖ ਕਹਿਣ ਲੱਗੇ ਵੀ ਜਾ ਲੰਗਰ 'ਚ ਪ੍ਰਸ਼ਾਦੇ ਵੇਖ, ਪ੍ਰਸ਼ਾਦੇ ਹੈਗੇ ਆ ਤੇ ਜਾਂ ਕੁੱਤਿਆਂ ਨੂੰ ਪ੍ਰਸ਼ਾਦੇ ਪਾ ਕੇ ਆ। ਉਹਨੇ ਖਾਲਸਾ ਜੀ ਲਾਂਗਰੀ ਸਿੰਘ ਨੇ ਜਦੋਂ ਜਾ ਕੇ ਵੇਖਿਆ ਤੇ ਪ੍ਰਸ਼ਾਦੇ ਹੈ ਨਹੀਂ ਸੀ, ਲੰਗਰ ਵਿੱਚ ਪ੍ਰਸ਼ਾਦੇ ਵੱਧ ਗਏ ਸੀ। ਉਹਨੇ ਮਹਾਂਪੁਰਖਾਂ ਨੂੰ ਆ ਕੇ ਦੱਸਿਆ, ਮਹਾਂਪੁਰਖੋ ਛਾਬੇ ਤੇ ਖਾਲੀ ਪਏ ਆ, ਪ੍ਰਸ਼ਾਦੇ ਤਾਂ ਹੈ ਹੀ ਨਹੀਂ। ਤੇ ਮਹਾਂਪੁਰਖ ਕਹਿਣ ਲੱਗੇ ਵੀ ਆ ਫਿਰ ਪ੍ਰਸ਼ਾਦੇ ਪਕਾਈਏ ਆਪਾਂ। ਉਹ ਕਹਿੰਦਾ ਵੀ ਮਹਾਂਪੁਰਖੋ ਕੁੱਤਿਆਂ ਨੂੰ ਤੇ ਝੂਠੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਨੇ, ਤੁਸੀਂ ਕਹਿੰਦੇ ਵੀ ਕੁੱਤਿਆਂ ਲਈ ਪ੍ਰਸ਼ਾਦਾ ਪਕਾਈਏ। ਤੇ ਮਹਾਂਪੁਰਖ ਕਹਿਣ ਲੱਗੇ ਭਲਿਆ ਉਹਨਾਂ ਵਿੱਚ ਵੀ ਰੱਬ ਵਸਦਾ ਹੈ। ਭਗਤ ਨਾਮਦੇਵ ਜੀ ਵਰਗੇ ਕੁੱਤੇ ਦੇ ਪਿੱਛੇ ਹੀ ਭੋਜਨ ਲੈ ਕੇ ਚੱਲ ਪਏ, ਕਹਿੰਦੇ ਠਾਕੁਰ ਜੀ ਭੋਗ ਲਾਓ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਇੱਕ ਦੇ ਵਿੱਚ ਮਾਲਕ ਵਸਿਆ ਹੋਇਆ। ਕਹੇ ਕਬੀਰ ਤੂੰ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਮਹਾਂਪੁਰਖਾਂ ਨੇ ਆਪ ਖਾਲਸਾ ਜੀ ਆਟਾ ਗੁੰਨਿਆ, ਆਪ ਪ੍ਰਸ਼ਾਦੇ ਲਾਏ ਤੇ ਅੱਧੀ ਰਾਤ ਨੂੰ ਕੁੱਤਿਆਂ ਨੂੰ ਪ੍ਰਸ਼ਾਦਾ ਛਕਾ ਕੇ ਆਏ। ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ 365 ਗੁਰੂ ਘਰ ਬਣਾਏ। ਕਿਸੇ ਸਿੰਘ ਨੇ ਪੁੱਛ ਲਿਆ ਮਹਾਂਪੁਰਖੋ ਇੰਨੇ ਗੁਰੂ ਘਰ ਬਣਾ ਦਿੱਤੇ? ਮਹਾਂਪੁਰਖ ਕਹਿਣ ਲੱਗੇ ਖਾਲਸਾ ਜੀ ਆਉਣ ਵਾਲਾ ਸਮਾਂ ਇਹੋ ਜਿਹਾ ਆਉਣਾ ਆ ਕਿ ਕਈ ਗੁਰੂ ਘਰ ਇਹੋ ਜਿਹੇ ਵੀ ਪ੍ਰਬੰਧਕਾਂ ਨੇ ਬਣਾ ਲੈਣੇ ਨੇ ਕਿ ਜਿੱਥੇ ਇੱਕ ਵਾਰ ਦਿਨੇ ਪ੍ਰਸ਼ਾਦਾ ਛਕਣ ਜਾਏਗਾ ਤੇ ਜੇ ਰਾਤ ਨੂੰ ਜਾਏਗਾ ਕੱਢ ਦਿੱਤਾ ਜਾਊਗਾ ਵੀ ਤੂੰ ਤੇ ਵਾਰ-ਵਾਰ ਪ੍ਰਸ਼ਾਦਾ ਛਕਣ ਆਉਣਾ। 365 ਗੁਰੂ ਘਰ ਬਣਾਏ। ਇੱਕ ਦਿਨ ਦਾ ਪ੍ਰਸ਼ਾਦਾ ਇੱਕ ਗੁਰੂ ਘਰ ਵਿੱਚ ਛਕੂਗਾ ਕੋਈ, ਉਹ ਗੁਰੂ ਘਰ ਦੀ ਵਾਰੀ ਅਗਲੇ 1 ਸਾਲ ਬਾਅਦ ਹੀ ਆਊਗੀ। ਐਸੇ ਹੁੰਦੇ ਨੇ ਖਾਲਸਾ ਜੀ ਸਾਧੂ ਜਨ ਜਿਹੜੇ ਹੁੰਦੇ ਆ। ਸੋ ਇਸ ਕਰਕੇ ਉਹਨਾਂ ਦੇ ਨਾਲ ਜੁੜ ਕੇ ਭਾਈ ਮਾਲਕ ਦੇ ਚਰਨ ਚੇਤੇ ਆ ਜਾਂਦੇ ਹਨ। ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਇਸ ਤਰ੍ਹਾਂ ਅੱਗੇ ਹੁਣ ਸਾਧ ਸੰਗਤ ਜੀ ਗੱਲ ਹੋ ਰਹੀ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਇਹ ਅਜਿਤ ਸੂਰ ਸੰਗਰਾਮੰ, ਤੂੰ ਬਹੁਤ ਵੱਡਾ ਕਹਿੰਦੇ ਭਾਈ ਅਜਿਤ ਆ। ਇਹ ਅੱਗੇ ਮਹਾਰਾਜ ਪਾਤਸ਼ਾਹ ਜੀ ਦੱਸਣ ਵੀ ਕਿਹਦੀ ਗੱਲ ਚੱਲ ਰਹੀ ਆ। ਕਹਿੰਦੇ ਵੀ ਇਹ ਅਜਿਤ ਸੂਰ ਸੰਗਰਾਮੰ, ਸੂਰਮੇ ਵੱਡੇ ਵੱਡੇ ਸੰਗਰਾਮਾਂ ਦੇ ਵਿੱਚ ਰੰਗ ਦੇ ਵਿੱਚ ਵੀ ਤੈਨੂੰ ਜਿੱਤ ਨਹੀਂ ਸਕਦੇ, ਅਜਿਤ ਆ ਤੂੰ ਜੀ। ਗਨ ਗੰਧਰਵ ਦੇਵ ਮਾਨੁਖਯੰ, ਇਸ ਤਰ੍ਹਾਂ ਬਹੁ ਮਰਦਨ ਹੈ, ਬੜਿਆਂ ਹੀ ਲੋਕਾਂ ਨੂੰ ਤੂੰ ਮਲ ਕੇ ਰੱਖ ਦਿੱਤਾ। ਗਣ ਗੰਧਰਵ ਜਿਹੜੇ ਆ ਦੇਵ ਮਨੁੱਖ ਹਨ ਤੇ ਇਸ ਤਰ੍ਹਾਂ ਪਸ਼ੂ ਪੰਛੀ ਬਮੋਹਨ ਹੈ, ਪਸ਼ੂ ਪੰਛੀ ਜਿਹੜੇ ਹਨ ਉਹ ਸਾਰੇ ਮੋਹ ਲਏ ਹਨ ਜੀ ਤੂੰ। ਹਰ ਕਰਨ ਹਾਰੰ ਨਮਸਕਾਰੰ, ਇਸ ਤਰ੍ਹਾਂ ਇਹ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਜੀ ਸਰਨ ਨਾਨਕ ਜਗਦੀਸ਼ਵਰ ਹੈ। ਮੈਂ ਤੈਨੂੰ ਨਮਸਕਾਰ ਕਰਦਾ। ਮਾਲਕ ਨੂੰ ਕਿਸੇ ਨੇ ਜਿੱਤਿਆ ਨਹੀਂ, ਜਿੱਤਿਆ ਅਜਿੱਤਿਆ ਤੂੰ ਮਾਲਕ ਜੀ, ਇਸ ਕਰਕੇ ਤੈਨੂੰ ਨਮਸਕਾਰ ਆ। ਤੇ ਫਿਰ ਬੜਾ ਜ਼ਿਆਦਾ ਤੂੰ ਬਲਵਾਨ ਵੀ ਹੈ ਤੇ ਸਾਰਿਆਂ ਨੂੰ ਮਰਦਨਾ ਮਲਣ ਵਾਲਾ ਵੀ ਹੈ, ਖਤਮ ਕਰਨ ਵਾਲਾ ਵੀ ਹੈ। ਤੇ ਗਣ ਗੰਧਰਵ ਮਨੁੱਖ ਪਸ਼ੂ ਪੰਛੀ ਸਾਰਿਆਂ ਨੂੰ ਮੋਹ ਲੈਣਾ ਹੈ ਮਾਲਕ ਜੀ, ਤੇ ਸਾਰਿਆਂ ਦੇ ਤੂੰ ਨਮਸਕਾਰ ਕਰਨ ਯੋਗ ਆ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਿਪੂਰਨ ਪਰਮਾਤਮਾ ਹੈ, ਉਹਨੇ ਮਾਇਆ ਦੇ ਵਿੱਚ ਸਾਰਿਆਂ ਨੂੰ ਮੋਹਿਆ ਹੋਇਆ, ਉਹਨੂੰ ਭਾਈ ਨਮਸਕਾਰ ਹੀ ਕਰਨੀ ਚਾਹੀਦੀ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਹੁਣ ਕਾਮ ਦੇ ਬਾਬਤ, 5 ਵਿਕਾਰਾਂ ਦੇ ਬਾਬਤ ਸਮਝਾਉਂਦੇ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ। ਹੇ ਕਾਮੰ ਨਰਕ ਬਿਸਰਾਮੰ, ਐ ਕਾਮ ਤੂੰ ਮਨੁੱਖ ਦਾ ਨਰਕਾਂ ਵਿੱਚ ਵਿਸ਼ਰਾਮ ਕਰਵਾ ਦੇਣਾ ਹੈ। ਬਹੁਤ ਜੋਨੀ ਭਰਮਾਵਣ ਹੈ, ਬੜੀਆਂ ਜੋਨਾਂ ਵਿੱਚ ਭਟਕਾਉਣਾ ਹੈ ਤੂੰ, ਬੜਿਆਂ ਨੂੰ ਭਟਕਾਉਣਾ। ਕਿਉਂ? ਇਸ ਕਰਕੇ ਇਹ ਕਾਮ ਤੂੰ ਬਹੁਤ ਜ਼ਿਆਦਾ ਬੁਰਾ ਹੈ ਭਾਈ। ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਨ ਹੈ। ਤੂੰ ਚੰਗੇ ਭਲੇ ਰਿਖੀਆਂ ਦੇ ਚਿੱਤ ਨੂੰ ਵੀ ਹਰ ਲੈਣਾ, ਉਹਨਾਂ ਦੇ ਹਿਰਦੇ ਨੂੰ ਵੀ ਤੂੰ ਹਰ ਲੈਣਾ ਹੈ। ਤੇ ਫਿਰ ਤ੍ਰੈ ਲੋਕ ਗਮਯੰ, 3 ਲੋਕਾਂ ਵਿੱਚ ਵੀ ਤੂੰ ਗਮਨ ਕੀਤਾ। ਜਪ ਤਪ ਸੀਲ ਬਿਦਾਰਨ ਹੈ, ਸਾਰਿਆਂ ਦੇ ਜਪ ਤਪ ਸੀਲ ਠੰਡੇ ਸੁਭਾਅ ਨੂੰ ਤੂੰ ਨਾਸ਼ ਕਰ ਦੇਣਾ। ਕਾਮ ਇੰਨਾ ਮਾੜਾ ਹੈ। ਬ੍ਰਹਮਾ ਆਪਣੀ ਧੀ ਤਿਲੋਪਤੀ ਤੇ ਹੀ, ਸਰਸਵਤੀ ਤੇ ਹੀ
ਮੋਹਿਤ ਹੋ ਗਿਆ। ਸ਼ਿਵ ਜੀ ਪਾਰਵਤੀ ਤੇ ਇੰਨਾ ਮੋਹਿਤ ਹੋ ਗਿਆ ਵੀ ਉਹਨੇ ਆਪਣੇ ਪੁੱਤ ਦੀ ਧੌਣ ਵੱਢ ਦਿੱਤੀ। ਇੰਦਰ ਸਵਰਗਾਂ ਦਾ ਰਾਜਾ, ਜਿਹੜਾ ਸਵਰਗਾਂ ਵਿੱਚ ਲੋਚਦੇ ਫਿਰਦੇ ਜਾਣ ਨੂੰ, ਉਹ ਗੌਤਮ ਰਿਖੀ ਦੀ ਅਹਿਲਿਆ ਇਸਤਰੀ ਤੇ ਹੀ ਮੋਹਿਤ ਹੋ ਗਿਆ। ਗੁਰਬਾਣੀ ਕਹਿੰਦੀ ਹੈ ਨਾ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾ ਮਨ ਪਛੋਤਾਇਆ। ਗੌਤਮ ਰਿਖੀ ਸੀ ਖਾਲਸਾ ਜੀ ਇੱਕ, ਉਹਦੀ ਘਰਵਾਲੀ ਅਹਿਲਿਆ ਬੜੀ ਸੁੰਦਰ ਸੀ। ਸਵਰਗਾਂ ਦੇ ਵਿੱਚ ਇਹੋ ਜੀ ਕੋਈ ਹੂਰ ਪਰੀ ਏਡੀ ਸੋਹਣੀ ਨਹੀਂ ਸੀ ਜਿੱਡੀ ਅਹਿਲਿਆ ਸੋਹਣੀ ਸੀ। ਇੰਦਰ ਨੇ ਜਦੋਂ ਵੇਖਿਆ ਵੀ ਗੌਤਮ ਦੀ ਰਿਖੀ ਬੜੀ ਸੂਝਵਾਨ ਹੈ, ਬੜੀ ਸੋਹਣੀ ਸੁਨੱਖੀ ਹੈ, ਉਹਦਾ ਮਨ ਭਰ ਆਇਆ ਤੇ ਉਹਨੇ ਕਾਮ ਭੋਗ ਕਰਨਾ ਜਦੋਂ ਚਾਹਿਆ ਤੇ ਉਹਨੇ ਚੰਨ ਨੂੰ ਕਹਿ ਦਿੱਤਾ, ਚੰਦਰਮਾ ਨੂੰ, ਚੰਦਰ ਦੇਵਤਾ ਨੂੰ ਕਿਹਾ ਵੀ ਤੂੰ ਇਦਾਂ ਕਰੀ, ਗੌਤਮ ਰਿਖੀ ਗੋਦਾਵਰੀ ਨਦੀ ਤੇ ਨਹਾਉਣ ਜਾਂਦਾ ਵਾ, ਤੂੰ ਇਦਾਂ ਕਰੀ ਸਮੇਂ ਤੋਂ ਪਹਿਲਾਂ ਬਾਗ ਦੇ ਦੇਵੇਂ, ਮੁਰਗਾ ਬਣ ਜੀ ਤੂੰ। ਚੰਦਰਮਾ ਸੀ, ਦੇਵਤਾ ਸੀ, ਉਹਨੂੰ ਦੇਵਤਿਆਂ ਦੇ ਰਾਜੇ ਇੰਦਰ ਦਾ ਕਹਿਣਾ ਮੰਨਣਾ ਪਿਆ। ਉਹਨੇ ਅੱਧੀ ਰਾਤ ਨੂੰ ਜਾ ਕੇ ਬਾਗ ਦੇ ਦਿੱਤੀ ਤੇ ਉਧਰੋਂ ਗੌਤਮ ਰਿਖੀ ਆਪਣਾ ਨੇਮ ਨਿਭਾਉਂਦਾ ਹੋਇਆ ਗੋਦਾਵਰੀ ਨਦੀ ਵੱਲ ਚਲਿਆ ਗਿਆ। ਉਹੀ ਗੋਦਾਵਰੀ ਜਿਹੜੀ ਹਜ਼ੂਰ ਸਾਹਿਬ ਵਗਦੀ ਹੁੰਦੀ ਹੈ। ਗੋਦਾਵਰੀ ਨਦੀ ਤੇ ਨਹਾਉਣ ਚਲਿਆ ਗਿਆ। ਅੱਧੀ ਰਾਤ ਨੂੰ ਇੱਧਰ ਇੰਦਰ ਆਇਆ, ਉਹਨੇ ਰੂਪ ਧਾਰਿਆ ਗੌਤਮ ਰਿਖੀ ਦਾ, ਅਹਿਲਿਆ ਕੋਲੇ ਚਲਿਆ ਗਿਆ। ਉਧਰ ਗੋਦਾਵਰੀ ਨਦੀ ਪ੍ਰਗਟ ਹੋ ਗਈ, ਕਹਿਣ ਲੱਗੀ, ਰਿਖੀ ਜੀ ਹਾਲੇ ਤੇ ਅੰਮ੍ਰਿਤ ਵੇਲਾ ਹੋਇਆ ਹੀ ਨਹੀਂ, ਤੁਸੀਂ ਅੱਧੀ ਰਾਤ ਨੂੰ ਕਿੱਧਰ ਤੁਰੇ ਫਿਰਦੇ ਆ। ਫਿਰ ਰਿਖੀ ਸਮਝ ਗਿਆ, ਉਹਨੇ ਇਸ਼ਨਾਨ ਕੀਤਾ ਤੇ ਛੇਤੀ ਵਾਪਸ ਆਇਆ। ਉਧਰ ਇੰਦਰ ਹਾਲੇ ਜਾ ਰਿਹਾ ਸੀ ਕਾਮ ਭੋਗ ਕਰਕੇ, ਗਿੱਲੀ ਧੋਤੀ ਸੀ, ਮੁਰਗਾ ਉੱਡਣ ਲੱਗਿਆ, ਉਹਨੇ ਚੱਕ ਕੇ ਮਾਰੀ। ਅੱਜ ਵੀ ਕਹਿੰਦੇ ਚੰਨ ਤੇ ਉਹਦੀ ਧੋਤੀ ਦਾ ਦਾਗ ਆ, ਗੌਤਮ ਰਿਖੀ ਦੀ ਗਿੱਲੀ ਧੋਤੀ ਦਾ ਦਾਗ ਆ ਅੱਜ ਵੀ ਚੰਨ ਤੇ। ਫਿਰ ਗੌਤਮ ਰਿਖੀ ਨੇ ਸ਼ਰਾਪ ਦਿੱਤਾ ਇੰਦਰ ਭਗਵਾਨ ਨੂੰ, ਇੰਦਰ ਦੇਵਤਾ ਨੂੰ, ਕਹਿੰਦਾ ਵੀ ਜਿਹੜੇ ਇਸਤਰੀ ਦੇ ਗੁਪਤਾਂਗ ਦੇ ਕਰਕੇ ਤੂੰ ਸਵਰਗ ਛੱਡ ਕੇ ਤੇ ਮਾਤ ਲੋਕ ਵਿੱਚ ਆਇਆ, ਉਹ ਸਰੀਰ ਤੇ ਤੇਰੇ ਤੇ ਚਿਹਨ ਸਾਰੇ ਸਰੀਰ ਤੇ ਹੋਣਗੇ। ਇੰਦਰ ਨੇ ਮੁੜ ਕੇ ਬੜਾ ਤਪ ਕੀਤਾ, ਪਰ ਇੱਕ ਜਿਹੜਾ ਗੁਪਤਾਂਗ ਆ ਇਸਤਰੀਆਂ ਦਾ ਅੱਜ ਵੀ ਉਹਦੇ ਮੱਥੇ ਤੇ ਆ। ਜਿਹੜੀ ਮਾਹਵਾਰੀ ਆਉਂਦੀ ਹੈ ਬੀਬੀਆਂ ਦੀ, ਉਹ ਅੱਜ ਵੀ ਉਹਦੇ ਖਾਲਸਾ ਜੀ ਮੱਥੇ ਤੋਂ ਵਗਦੀ ਹੈ ਤੇ ਨੱਕ ਮੂੰਹ ਥਾਣੀ ਸਾਰੀ ਲੰਘਦੀ ਹੈ। ਕਾਮ ਏਡਾ ਮਾੜਾ ਆ। ਤਾਂ ਤੇ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਇੱਕ ਨਿਮਖ ਕਾਮ ਦੇ ਸਵਾਦ ਦੇ ਕਰਕੇ ਖਾਲਸਾ ਜੀ ਕਰੋੜਾਂ ਦਿਨ ਕਹਿੰਦੇ ਦੁੱਖ ਪਾਉਂਦੇ ਆਏ। ਪਾਤਸ਼ਾਹ ਜੀ ਕਹਿੰਦੇ ਚਿੱਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਨਾ। ਵੱਡੇ ਵੱਡੇ ਜਪੀਆਂ ਦਾ, ਵੱਡੇ ਵੱਡੇ ਤਪੀਆਂ ਦਾ ਸੀਲ ਠੰਡਾ ਸੁਭਾਅ, ਤੂੰ ਇਹ ਕਾਮ ਨਾਸ਼ ਕਰਕੇ ਰੱਖ ਦੇਣਾ, ਤੂੰ ਭਾਈ ਬੜਾ ਮਾੜਾ ਆ। ਵੱਡੇ ਵੱਡੇ ਤਪੀਆਂ ਦਾ ਤੂੰ ਨਾਸ਼ ਕਰਕੇ ਰੱਖ ਦਿੱਤਾ ਜੀ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ। ਇਸ ਤਰ੍ਹਾਂ ਅਵਿਤ ਦੁਬਾਰਾ ਪੜਿਓ ਪੰਕਤੀ ਜੀ। ਅਲਪ ਸੁਖ ਅਵਿਤ ਚੰਚਲ, ਇਸ ਤਰ੍ਹਾਂ ਤੇਰਾ ਸੁਖ ਬੜਾ ਥੋੜਾ ਆ, ਅਲਪ ਸੁਖ, ਥੋੜੇ ਚਿਰ ਦਾ ਤੇਰਾ ਸੁਖ ਆ, ਤੇ ਫਿਰ ਬੀਰਜ ਵਿਸਰਜਨ ਹੋਣ ਤੋਂ ਬਾਅਦ ਵਿੱਚ ਤੇਰਾ ਮਨ ਤੋਂ ਰਿਹਾ ਤੂੰ ਬੰਦੇ ਦਾ ਕੱਚਾ ਕਰ ਦੇਣਾ। ਅਵਿਤ ਚੰਚਲ, ਵਿਤ ਨਾਮ ਧਨ ਦਾ ਆ, ਤੇ ਫਿਰ ਚੰਚਲ ਮਨ ਜਿਹੜਾ ਆ ਤੇਰਾ, ਉਹ ਵੀ ਮਨ ਬੰਦੇ ਦਾ ਚੰਚਲ ਮਨ ਤੂੰ ਨਾਸ਼ ਕਰ ਦੇਣਾ ਆ। ਚੰਚਲ ਮਨ ਕਰਕੇ ਊਚ ਨੀਚ ਸਮਾਵਣ ਹੈ, ਸਾਰਿਆਂ ਵਿੱਚ ਤੂੰ ਸਮਾਨਾ। ਵੱਡੇ ਵੱਡੇ ਦੇਵਤਿਆਂ ਵਿੱਚ ਵੀ ਹੈਗਾ ਤੇ ਭਿਖਾਰੀਆਂ 'ਚ ਵੀ ਹੈਗਾ, ਰਾਜਿਆਂ 'ਚ ਵੀ ਹੈਗਾ ਤੇ ਭਿਖਾਰੀਆਂ ਵਿੱਚ ਵੀ ਹੈਗਾ। ਇਸ ਕਰਕੇ ਤੂੰ ਭਾਈ ਬਹੁਤ ਜ਼ਿਆਦਾ ਬੰਦੇ ਦੀ ਜ਼ਿੰਦਗੀ ਨੂੰ ਤੇ ਉਹਦੇ ਜੀਵਨ ਨੂੰ ਨਾਸ਼ ਕਰ ਦਿੰਦਾ ਹੈ। ਤਵ ਭੈ ਬੇਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ, ਮਹਾਰਾਜ ਇਸ ਕਾਮ ਤੋਂ ਬਚਿਆ ਕਿਵੇਂ ਜਾਵੇ, ਕਿਉਂਕਿ ਕਾਮ ਤੋਂ ਬਚਿਆ ਨਹੀਂ ਜਾ ਸਕਦਾ। ਕਾਮ ਇੱਕ ਐਸੀ ਚੀਜ਼ ਆ ਕਿ ਗੁਰਮੁਖੋ ਇਹ ਇਸਤਰੀ ਦੇ ਸੰਗ ਵੀ ਮਨਾ ਲੈਂਦਾ ਤੇ ਬੰਦਾ ਇਕੱਲਾ ਵੀ ਮਨਾ ਲੈਂਦਾ। ਮਾਸਟਰਬੇਟਿੰਗ ਕਰਕੇ ਆਪਣੇ ਸਰੀਰ ਨੂੰ ਖਾਰ ਕਰਕੇ ਤੇ ਫਿਰ ਸਰੀਰ ਦੇ ਵਿੱਚ ਖਾਰੀ ਪਾ ਲੈਣੀ, ਤੇ ਫਿਰ ਨਾ ਤੇ ਬੰਦੇ ਵਿੱਚ ਜ਼ੋਰ ਰਹਿੰਦਾ ਆ, ਨਾ ਬੰਦੇ ਦੀ ਬੁੱਧੀ ਕੰਮ ਕਰਦੀ ਹੈ, ਨਾ ਚੇਤਨ ਸ਼ਕਤੀ ਵੱਧਦੀ ਹੈ। ਕਿਸੇ ਵੀ ਤਰੀਕੇ ਦੇ ਨਾਲ ਬੰਦਾ ਫਿਰ ਕਾਮਯਾਬ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਲਿਓ
ਤਵ ਭੈ ਬਿਮੁੰਚਿਤ ਸਾਧ ਸੰਗਮ। ਤੇਰਾ ਡਰ, ਤੇਰਾ ਭਾਰ ਉਹ ਸਾਧ ਸੰਗਤ ਵਿੱਚ ਜਾ ਕਰਕੇ ਹੀ ਖਤਮ ਹੁੰਦਾ ਆ। ਤੇ ਓਟ ਨਾਨਕ ਨਾਰਾਇਣ ਹੈ। ਜਦੋਂ ਨਾਰਾਇਣ ਮਾਲਕ ਦੀ ਓਟ ਹੋਵੇ ਫੇਰ ਹੀ ਖਾਲਸਾ ਜੀ ਕਾਮ ਤੋਂ ਬਚਿਆ ਜਾ ਸਕਦਾ। ਜਦੋਂ ਬਾਣੀ ਪੜ੍ਹੀਏ, ਨਾਮ ਜਪੀਏ ਤੇ ਫੇਰ ਹੀ ਬਚਿਆ ਜਾ ਸਕਦਾ ਹੈ ਜੀ। ਹੇ ਕਲ ਮੂਲ ਕਰੋਦੰ ਕਦੰਚ ਕਰੁਣਾ ਨਾ ਉਪਰਜਤੇ। ਇਸ ਤਰ੍ਹਾਂ ਕਲ ਨਾਮ ਲੜਾਈ ਦਾ ਆ, ਲੱਲੇ ਨੂੰ ਸਿਆਰੀ ਹੈ। ਇਸ ਤਰ੍ਹਾਂ ਹੇ ਕਲ ਮੂਲ ਕ੍ਰੋਧੰ, ਇਹ ਲੜਾਈ ਦੇ ਮੁੱਢ ਕ੍ਰੋਧ। ਤੂੰ ਜਿਹਦੇ ਸਿਰ ਤੇ ਚੜ ਜਾਣਾ ਨਾ, ਉਹਨੂੰ ਥੋੜੀ ਜਿਹੀ ਵੀ ਦਇਆ ਨਹੀਂ ਆਉਂਦੀ ਕਿਸੇ ਤੇ। ਜਿਹਦੇ ਸਿਰ ਤੇ ਗੁੱਸਾ ਚੜਿਆ ਹੋਵੇ ਉਹ ਥੋੜੀ ਜਿਹੀ ਵੀ ਖਾਲਸਾ ਜੀ ਕਿਸੇ ਤੇ ਦਇਆ ਨਹੀਂ ਕਰਦਾ। ਇਸ ਤਰ੍ਹਾਂ ਕਾਲਕੂਟ ਔਰ ਕ੍ਰੋਧ ਮਹਿ ਬੜੋ ਅੰਤਰੋ ਆਹੇ, ਵਹ ਨਿਜਾਸਰੈ ਕੋਦ ਹੈ ਵਹ ਨਹਿ ਨਿਜਾਸਰੈ ਦਾਹੇ। ਕਾਲਕੂਟ ਜ਼ਹਿਰ ਨੂੰ ਕਹਿੰਦੇ ਆ। ਜ਼ਹਿਰ ਦੇ ਵਿੱਚ ਅਤੇ ਕ੍ਰੋਧ ਦੇ ਵਿੱਚ ਕਹਿੰਦੇ ਬਹੁਤ ਵੱਡਾ ਅੰਤਰ ਆ। ਜ਼ਹਿਰ ਜਿਹੜੀ ਸ਼ੀਸ਼ੀ ਵਿੱਚ ਪਿਆ ਹੋਊਗਾ ਉਹ ਸ਼ੀਸ਼ੀ ਨੂੰ ਨਹੀਂ ਗਾਲਦਾ, ਉਹ ਬੋਤਲ ਨੂੰ ਨਹੀਂ ਗਾਲਦਾ ਹੈਗਾ। ਜ਼ਹਿਰ ਜਿਸ ਭਾਂਡੇ ਵਿੱਚ ਪਾ ਦਊ, ਭਾਂਡੇ ਨੂੰ ਕੋਈ ਨੁਕਸਾਨ ਨਹੀਂ, ਪੀਣ ਵਾਲੇ ਨੂੰ ਨੁਕਸਾਨ ਹੈ। ਕ੍ਰੋਧ ਏਡਾ ਮਾੜਾ ਵਾ ਵੀ ਕ੍ਰੋਧ ਜਿਹਦੇ ਵਿੱਚ ਚੜ ਜਾਵੇ ਉਹਨੂੰ ਨਾਸ਼ ਕਰਕੇ ਰੱਖ ਦਿੰਦਾ। ਕਹਿੰਦੇ ਵੀ ਕ੍ਰੋਧ ਨਾਲੋਂ ਚੰਗਾ ਤੇ ਜ਼ਹਿਰ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਵੀ ਕਦਾਂਚ ਕਰੁਣਾ ਨਾ ਉਪਰਜਤੇ। ਥੋੜੀ ਜਿਹੀ ਵੀ ਦਇਆ ਨਹੀਂ ਪੈਦਾ ਹੋਣ ਦਿੰਦਾ ਤੂੰ। ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ। ਜਿਹੜੇ ਵਿਸ਼ਈ ਜੀਵ ਹੁੰਦੇ ਨੇ ਨਾ, ਜਿਹੜੇ ਦੁਨਿਆਵੀ ਜੀਵ ਹੁੰਦੇ ਨੇ, ਉਹਨਾਂ ਨੂੰ ਤੂੰ ਆਪਣੇ ਵਿਸ਼ੇ ਵਸੀਕਾਰ ਕਰ ਲੈਣਾ ਹੈ। ਤੇ ਉਹ ਜਿਹਦੇ ਸਿਰ ਤੇ ਗੁੱਸਾ ਚੜਿਆ ਹੁੰਦਾ, ਕ੍ਰੋਧ ਚੜਿਆ ਹੁੰਦਾ, ਨਿਰਤਿਅੰ ਕਰੋਤ ਜਥਾ ਮਰਕਟ ਹੈ। ਮਰਕਟ ਨਾਮ ਬਾਂਦਰ ਦਾ ਆ। ਜਿਹਦੇ ਸਿਰ ਦੇ ਉੱਤੇ ਗੁੱਸਾ ਚੜਿਆ ਹੋਵੇ, ਕ੍ਰੋਧ ਚੜਿਆ ਹੋਵੇ, ਉਹ ਬਾਂਦਰ ਦੇ ਵਾਂਗੂ ਹੀ ਭਾਈ ਟੱਪਦਾ ਰਹਿੰਦਾ ਆ। ਐਸੇ ਉਹਦੇ ਹਾਲ ਹਨ। ਅਨਕ ਸਾਸਨ ਤਾੜੰਤ ਜਮ ਦੂਤ ਹੈ ਤਵ ਸੰਗੇ ਅਦਮੰ ਨਰਹਰ ਹੈ। ਇਸ ਤਰ੍ਹਾਂ ਫਿਰ ਅਨੇਕਾਂ ਸਜ਼ਾਵਾਂ ਤਾੜ ਕਰਕੇ ਜਮਦੂਤ ਦਿੰਦੇ ਹਨ। ਤਵ ਸੰਗੇ ਅਦਮੰ ਨਰਹਰ। ਇਹਨੂੰ ਅਦਮ ਨਹੀਂ ਕਹਿਣਾ ਖਾਲਸਾ ਜੀ, ਅਦਮ ਨਾਮ ਨੀਚ ਦਾ ਆ। ਅਦਮੰ ਨਰਹਰ ਹੈ। ਇਸ ਤਰ੍ਹਾਂ ਤੇਰਾ ਸੰਗ ਜਿਹੜਾ ਮਨੁੱਖ ਕਰ ਲਵੇ ਉਹ ਨੀਚ ਬਣ ਜਾਂਦਾ ਹੈ ਜੀ। ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ। ਦੀਨਾਂ ਦੇ ਗਰੀਬੜਿਆਂ ਦੇ ਦੁੱਖ ਭੰਜਨ ਕੱਟਣ ਵਾਲਿਆ ਦਇਆਲ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਜੀਵਾਂ ਦੀ ਰੱਖਿਆ ਕਰ ਲੈ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਕਲਹਰੀ ਕਲੋਲ ਤੇ। ਇਸ ਤਰੀਕੇ ਦੇ ਨਾਲ ਇਹ ਲੋਭਾ ਲੰਪਟ, ਲੋਭ ਲਾਲਚ, ਤੂੰ ਵੀ ਬੜਾ ਮਾੜਾ ਆ ਭਾਈ। ਤੂੰ ਵੀ ਸਿਰ ਦੇ ਉੱਤੇ ਚੜਿਆ ਫਿਰਦਾ ਆ, ਬੜਾ ਸਿਰਮੌਰ ਬਣਿਆ ਹੋਣਾ। ਤੇ ਇਸ ਤਰ੍ਹਾਂ ਅਨਕ ਲਹਿਰੀ ਕਲੋਲ ਤੇ, ਅਨੇਕਾਂ ਲਹਿਰਾਂ ਜਿਹੜੀਆਂ ਨੇ ਕਲੋਲ ਤੇ ਕਹੀਏ ਵੀ ਕਲੋਲਾਂ ਜਿਹੜੀਆਂ ਉਹ ਕਰਦਾ ਆ। ਜਿਹਦੇ ਸਿਰ ਤੇ ਲਾਲਚ ਚੜਿਆ ਹੋਵੇ, ਲੋਭ ਚੜਿਆ ਹੋਵੇ, ਮਹਾਰਾਜ ਕਹਿੰਦੇ ਹਲਕੇ ਕੁੱਤੇ ਵਰਗਾ ਆ। ਪੜ੍ਹਦੇ ਹੋ ਨਾ ਤੁਸੀਂ, ਜਿਉ ਕੂਕਰ ਹਰ ਕਾਇਆ ਧਾਵੈ ਦਹਿਦ ਸਜਾਏ, ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ। ਜਿਵੇਂ ਹਲਕੇ ਕੁੱਤੇ ਨੂੰ ਪਤਾ ਨਹੀਂ ਚੱਲਦਾ ਮੈਂ ਕੀ ਖਾਣਾ ਤੇ ਕੀ ਨਹੀਂ ਖਾਣਾ, ਲੋਭੀ ਬੰਦੇ ਨੂੰ ਵੀ ਕੋਈ ਪਤਾ ਨਹੀਂ ਰਹਿੰਦਾ ਵੀ ਮੈਂ ਹੱਕ ਦੀ ਕਮਾਈ ਖਾ ਰਿਹਾ ਜਾਂ ਨਾ ਹੱਕ ਦੀ ਕਮਾਈ ਖਾ ਰਿਹਾ। ਇਸ ਕਰਕੇ ਖਾਲਸਾ ਜੀ ਲੋਭ ਵੀ ਬੜਾ ਮਾੜਾ ਹੈ। ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ। ਜਿਹੜੇ ਜੀਵ ਨੇ ਉਹ ਤੇਰੇ ਪਿੱਛੇ ਬੜੇ ਤਰੀਕੇ ਦੇ ਨਾਲ ਭਜਦੇ ਫਿਰਦੇ ਐ ਤੇ ਅਨੇਕਾਂ ਤਰੀਕਿਆਂ ਨਾਲ ਡੋਲਦੇ ਫਿਰਦੇ ਹਨ। ਨਚ ਮਿੱਤਰੰ ਨਚ ਇਸ਼ਟੰ ਨਚ ਬਾਦਵ ਨਚ ਮਾਤ ਪਿਤਾ ਤਵ ਲੱਜਿਆ। ਨਚ ਮਿੱਤਰੰ ਨਾ ਮਿੱਤਰ ਦੋਸਤ, ਨਚ ਇਸ਼ਟੰ ਨਾ ਇਸ਼ਟ। ਇਸ਼ਟ ਕੀ ਗੁਰੂ। ਜਿਹਦੇ ਬੰਦੇ ਤੇ ਲਾਲਚ ਚੜਿਆ ਹੋਇਆ ਨਾ ਉਹ ਗੋਲਕਾਂ ਦੀਆਂ ਗੋਲਕਾਂ ਖਾ ਜਾਂਦਾ ਹੁੰਦਾ। ਧਿਆਨ ਦਿਓ, ਨਾ ਤੇ ਉਹ ਇਸ਼ਟ ਨੂੰ ਵੇਖਦਾ, ਨਾ ਉਹ ਮਾਂ ਪਿਓ ਭੈਣ ਭਰਾ ਸਕੇ ਸੰਬੰਧੀ ਕਿਸੇ ਨੂੰ ਨਹੀਂ ਵੇਖਦਾ। ਨਚ ਮਾਤ ਪਿਤਾ ਤਵ ਲੱਜਿਆ। ਨਾ ਲਾਲਚੀ ਬੰਦੇ ਨੂੰ ਮਾਂ ਪਿਓ ਤੋਂ ਸ਼ਰਮ ਹਿਆ ਆਉਂਦੀ ਹੈ, ਉਹ ਨਹੀਂ ਕਿਸੇ ਤੋਂ ਸ਼ਰਮਾਉਂਦਾ ਹੁੰਦਾ। ਜਿਹੜੇ ਬੰਦੇ ਨੂੰ ਲਾਲਚ ਚੜਿਆ ਹੋਵੇ ਨਾ ਉਹ ਨਹੀਂ ਭਾਈ ਕਿਸੇ ਤੋਂ ਵੀ ਸ਼ਰਮ ਖਾਂਦਾ। ਇਸ ਕਰਕੇ ਉਹ ਇਸ਼ਟ ਨੂੰ ਵੀ ਠੱਗ ਜਾਂਦਾ ਹੁੰਦਾ। ਗੁਰ ਕੇ ਧਨ ਕੋ ਜੋ ਨਰ ਹਰ ਹੈ, ਹਰ ਤੇਜ ਵਿਭੂਤ ਦੁਖੀ ਹੋਏ ਮਰ ਹੈ। ਇਹੋ ਜਿਹੇ ਵੀ ਹੁੰਦੇ ਨੇ ਕਈ ਜੀ। ਆਕਰਨੰ ਕਰੋਤ ਅਖਾਦ ਖਾਦਯੰ
ਅਸਾਜਿਅੰ ਸਾਜ ਸਮਝਿਆ। ਜਿਹੜਾ ਕੰਮ ਨਹੀਂ ਕਰਨਾ ਹੁੰਦਾ, ਅਕਰਣੰ ਕਰੋਤ, ਲੋਭ ਵਿੱਚ ਆ ਕੇ ਬੰਦਾ ਉਹ ਵੀ ਕਰ ਦਿੰਦਾ ਹੈ। ਤੇ ਫਿਰ ਅਖਾਦ ਖਾਦਿਆਂ, ਜਿਹੜੀ ਚੀਜ਼ ਨਹੀਂ ਖਾਣੀ ਹੁੰਦੀ ਉਹ ਵੀ ਖਾ ਲੈਂਦਾ। ਤੇ ਫਿਰ ਜਿਹੜੀ ਚੀਜ਼ ਨਹੀਂ ਸਾਜਣੀ ਹੁੰਦੀ, ਜਿਹੜਾ ਕਾਰਜ ਨਹੀਂ ਸਾਜਣਾ ਹੁੰਦਾ, ਬੰਦਾ ਲੋਭ ਲਾਲਚ ਵਿੱਚ ਆ ਕੇ ਖਾਲਸਾ ਜੀ ਉਹ ਵੀ ਸਾਜ ਦਿੰਦਾ ਹੈ। ਤਰਾਹੇ ਤਰਾਹੇ ਸਰਨ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰ ਹੈ। ਇਸ ਤਰ੍ਹਾਂ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਵੀ ਤਰਾਹੇ ਤਰਾਹੇ ਸਰਨ ਸੁਆਮੀ, ਮਹਾਰਾਜ ਬਚਾ ਲੈ ਸਾਨੂੰ, ਬਚਾ ਲੈ, ਰੱਖਿਆ ਕਰੋ ਸਾਡੀ ਇਹੋ ਜਿਹੇ ਲੋਭ ਤੋਂ, ਇਹੋ ਜਿਹੇ ਲਾਲਚ ਤੋਂ, ਤੇ ਐਸੀ ਰਹਿਮਤ ਕਰੋ ਕਿ ਤੇਰੀ ਸ਼ਰਨ ਦੇ ਵਿੱਚ ਜੁੜ ਜਾਈਏ ਮਨੁੱਖਾਂ ਦੇ ਰਾਖਿਆ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਇਹ ਜਨਮ ਮਰਨ ਦੇ ਮੁੱਢ, ਇਹ ਅਹੰਕਾਰ ਤੂੰ ਪਾਪਾਤਮਾ ਹੈ ਭਾਈ, ਪਾਪਾਂ ਵਾਲੀ ਆਤਮਾ ਬਣਾ ਦੇਣਾ ਉਸ ਬੰਦੇ ਦੀ ਜਿਹਦੇ ਸਿਰ ਤੇ ਹੰਕਾਰ ਚੜਿਆ ਜਾਂਦਾ। ਹਰ ਜਿਉ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵ ਹੈ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹੰਕਾਰ ਵਿੱਚ ਹੀ ਜੰਮਦਾ ਮਰਦਾ ਫਿਰਦਾ ਹੈ। ਇਸ ਕਰਕੇ ਭਾਈ ਹੰਕਾਰ ਏਡਾ ਮਾੜਾ ਹੈ ਜੀ। ਮਿੱਤਰੰ ਤਜੰਤ ਸਤਰੰ ਦ੍ਰਿੜੰਤ, ਅਨਕ ਮਾਇਆ ਬਿਸਤੀਰਨ ਹੈ। ਜਿਹਦੇ ਸਿਰ ਤੇ ਖਾਲਸਾ ਜੀ ਹੰਕਾਰ ਚੜ ਜਾਂਦਾ, ਮਿੱਤਰੰ ਤਜੰਤ, ਮਿੱਤਰ ਜਿਹੜੇ ਆ ਉਹਨਾਂ ਨੂੰ ਛੱਡਦਾ ਜਾਂਦਾ, ਵੈਰੀਆਂ ਨੂੰ, ਦੁਸ਼ਮਣ ਜਿਹੜੇ ਹਨ ਉਹਨਾਂ ਨੂੰ ਦ੍ਰਿੜੰਤ ਕਰਦਾ ਜਾਂਦਾ, ਦੁਸ਼ਮਣਾਂ ਦੇ ਨਾਲ ਦੁਸ਼ਮਣੀਆਂ ਹੋਰ ਪੈ ਜਾਂਦੀਆਂ ਨੇ, ਮਿੱਤਰ ਛੱਡ ਕੇ ਚਲੇ ਜਾਂਦੇ ਆ। ਹੰਕਾਰ ਐਸਾ ਹੈ ਜੀ। ਆਵੰਤ ਜਾਵੰਤ ਥਕੰਤ ਜੀਆ, ਦੁਖ ਸੁਖ ਬਹੁ ਭੋਗਣ ਹੈ। ਇਸ ਤਰ੍ਹਾਂ ਅਨੇਕਾਂ ਮਾਇਆ ਦਾ ਵਿਸਤਾਰ ਹੰਕਾਰ ਦੇ ਨਾਲ ਹੁੰਦਾ, ਆਉਂਦਾ ਜਾਂਦਾ ਰਹਿੰਦਾ। ਇਹ ਜੀ ਜਿਹੜਾ ਆ ਦੁੱਖ ਸੁੱਖ ਜਿਹੜੇ ਹਨ ਉਹ ਭਾਈ ਭੋਗਦਾ ਰਹਿੰਦਾ ਹੈ ਹੰਕਾਰ ਵਿੱਚ ਆ ਕਰਕੇ। ਭ੍ਰਮ ਭਿਆਨ ਉਦਿਆਨ ਰਮਣੰ, ਮਹਾ ਬਿਕਟ ਅਸਾਦ ਰੋਗਣ ਹੈ। ਇਸ ਤਰ੍ਹਾਂ ਇਹ ਬੜਾ ਭ੍ਰਮ ਦਾ ਭਿਆਨਕ ਉਦਿਆਨ ਜੰਗਲ ਹੈ ਜੀ, ਮਹਾ ਬਿਕਟ ਅਸਾਦ ਰੋਗਣ ਹੈ। ਇਹੋ ਜਿਹਾ ਰੋਗ ਆ ਜਿਹੜਾ ਸਾਧਿਆ ਹੀ ਨਹੀਂ ਜਾ ਸਕਦਾ, ਅਸਾਧ ਆ, ਮਨਮੁਖ ਆ। ਤੇ ਇਸ ਤਰ੍ਹਾਂ ਮਨਮੁਖ ਬਣ ਜਾਂਦਾ ਉਹ ਬੰਦਾ ਵੀ ਜਿਹੜਾ ਹੰਕਾਰ ਧਾਰਨ ਕਰ ਲੈਂਦਾ ਹੈ ਜੀ। ਵੈਦਿਅੰ ਪਾਰ ਬ੍ਰਹਮ ਪਰਮੇਸ਼ਰ, ਆਰਾਧ ਨਾਨਕ ਹਰ ਹਰ ਹਰੇ। ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ, ਪਾਤਸ਼ਾਹ ਜੀ ਰਹਿਮਤ ਕਰੋ ਵੀ ਇਸ ਹੰਕਾਰ ਤੋਂ ਬਚਿਆ ਕਿਵੇਂ ਜਾਵੇ, ਕੋਈ ਵੈਦ ਦੱਸੋ ਜਿਹੜਾ ਹੰਕਾਰ ਤੋਂ ਬਚਾਵੇ। ਮਹਾਰਾਜ ਕਹਿੰਦੇ ਭਾਈ ਮਾਲਕ ਨਾਲੋਂ ਵੱਡਾ ਵੈਦ ਹੈ ਨਹੀਂ ਕੋਈ, ਮਾਲਕ ਹੀ ਸਭ ਤੋਂ ਵੱਡਾ ਵੈਦ ਹੈ। ਜਿਹੜਾ ਭਾਈ ਬੰਦਗੀ ਕਰੇਗਾ ਉਹੀ ਬਚੇਗਾ ਹੰਕਾਰ ਤੋਂ। ਹੇ ਪ੍ਰਾਨ ਨਾਥ ਗੋਬਿੰਦ, ਕਿਰਪਾ ਨਿਦਾਨ ਜਗਤ ਗੁਰੂ। ਐ ਪ੍ਰਾਣਾ ਦੇ ਨਾਥ ਰਖਵਾਲੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਦੇ ਖਜ਼ਾਨੇ ਜਗਤ ਦੇ ਸਤਿਗੁਰੂ ਜੀ। ਹੇ ਸੰਸਾਰ ਤਾਪ ਹਰਨ ਹੈ, ਕਰੁਣਾ ਮੈਂ ਸਭ ਦੁੱਖ ਹਰੋ। ਸੰਸਾਰ ਦੇ ਸਿਰ ਤੋਂ ਵਿਕਾਰਾਂ ਰੂਪੀ ਤਾਪ ਹਰਨ ਵਾਲੇ ਮਾਲਕ ਜੀ ਕਿਰਪਾ ਕਰੋ, ਸਾਰੇ ਦੁੱਖ ਨਾਸ਼ ਕਰੋ ਸਾਡੇ। ਹੇ ਸਰਨ ਜੋਗ ਦਿਆਲ ਹੈ, ਦੀਨਾ ਨਾਥ ਮਇਆ ਕਰੋ। ਐ ਸਰਨ ਜੋਗ ਸਤਿਗੁਰੂ ਜੀ, ਦੀਨਾ ਨਾਥ ਗਰੀਬੜਿਆਂ ਦੇ ਰਖਵਾਲੇ ਸਤਿਗੁਰੂ ਜੀ, ਮਇਆ ਕਰੋ ਸਾਡੇ ਤੇ ਕਿਰਪਾ ਕਰੋ। ਸਰੀਰ ਸਵਸਥ ਖੀਨ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਮਾਲਕ ਜੀ ਰਹਿਮਤ ਕਰੋ, ਬਖਸ਼ਿਸ਼ ਕਰੋ, ਐਸੀ ਰਹਿਮਤ ਕਰੋ ਕਿ ਸਰੀਰ ਸਾਡਾ ਜਿਹੜਾ ਖੀਣ ਸਮੇਂ ਅਖੀਰਲੇ ਸਮੇਂ ਤੱਕ ਸਵਸਥ ਰਹੇ ਤੇ ਤੇਰਾ ਨਾਮ ਅਸੀਂ ਸਿਮਰਦੇ ਰਹੀਏ। ਦਮ ਨਾਮੀ ਦੈਤ ਨੂੰ ਮਾਰਨ ਵਾਲੇ ਤੇ ਮੱਧ ਨਾਮੀ ਦੈਤ ਨੂੰ ਮਾਰਨ ਵਾਲੇ, ਇਸੇ ਤਰ੍ਹਾਂ ਮਾਧੋ ਅਦੋ ਨਾਮ ਪਤੀ ਦਾ ਵੀ ਹੈ ਖਾਲਸਾ ਜੀ, ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਹੈ ਮਾਧਵ ਵਾਹਿਗੁਰੂ ਜੀ। ਰਹਿਮਤ ਕਰੋ ਸਾਡੇ ਤੇ, ਸਰੀਰ ਸਵਸਥ ਰੱਖਿਓ। ਚਰਨ ਕਮਲ ਸਰਨੰ ਰਮਣੰ ਗੋਪਾਲ ਕੀਰਤਨ ਹੈ। ਮਾਲਕ ਦੀ ਤੇਰੇ ਚਰਨ ਸ਼ਰਨ ਦੇ ਵਿੱਚ ਪਏ ਹੋਏ ਆ, ਐ ਗੋਪਾਲ ਜੀ ਤੇਰੇ ਕੀਰਤਨ ਨੂੰ ਕਰਦੇ ਰਹੀਏ, ਤੇਰੇ ਜਸ ਨੂੰ ਕਰਦੇ ਰਹੀਏ। ਸਾਧ ਸੰਗੇਨ ਤਰਨੰ ਨਾਨਕ ਮਹਾ ਸਾਗਰ ਭੈ ਦੁਤਰ ਹੈ। ਜਿਹੜਾ ਭੈ ਦੁਤਰ ਹੈ ਔਖੇ ਤੋਂ ਔਖੇ ਡਰ ਦਾ ਸਮੁੰਦਰ ਸਾਗਰ ਆ, ਸਾਧੂਆਂ ਦੀ ਸੰਗਤ ਵਿੱਚ ਰਲ ਕੇ ਸਾਧ ਸੰਗਤ ਵਿੱਚ ਜਾ ਕੇ ਤਰ ਜਾਈਏ ਜੀ। ਸਿਰ ਮਸਤਕ ਰਖਿਆ ਪਾਰ ਬ੍ਰਹਮੰ, ਹਸਤ ਕਾਇਆ ਰਖਿਆ ਪਰਮੇਸ਼ਰ ਹੈ। ਸਾਡੇ ਸਿਰ ਮੱਥੇ ਦੀ ਰੱਖਿਆ ਕਰਨ ਵਾਲੇ ਹੈ ਅਕਾਲ ਪੁਰਖ ਵਾਹਿਗੁਰੂ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ,
ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਸਾਡੇ ਹੱਥ ਤੇ ਸਾਰੀ ਕਾਇਆ ਦੀ ਰਾਖੀ ਕਰਨ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਦੇ ਹਨ। ਸਭ ਤੋਂ ਪਹਿਲਾਂ ਸਿਰ ਦਾ ਨਾਂ ਲਿਆ ਖਾਲਸਾ ਜੀ। ਸਿਰ ਐਸਾ ਇੱਕ ਸਰੀਰ ਦਾ ਭਾਗ ਆ ਜਿਹਦੇ ਕਰਕੇ ਸਾਡਾ ਸਰੀਰ ਚੱਲ ਰਿਹਾ। ਇਹਦੇ ਵਿੱਚ ਦਿਮਾਗ ਆ, ਖੋਪੜੀ ਹੈ ਸਾਡੀ। ਸਿਰ ਲੈ ਜਾਵੇ ਨਾ ਤੇ ਫਿਰ ਬੰਦਗੀ ਵਾਲਾ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਵਰਗਾ, ਭਾਈ ਤਾਰੂ ਸਿੰਘ ਜੀ ਵਰਗਾ ਹੀ ਜੀ ਸਕਦਾ। ਮੇਰੇ ਵਰਗੇ ਸੰਸਾਰੀ ਦਾ ਸਿਰ ਲੈ ਜਾਵੇ ਤੇ ਕੋਈ ਨਹੀਂ ਜੀ ਸਕਦਾ। ਹੱਥ ਵੱਢਿਆ ਜਾਵੇ ਬੰਦਾ ਜੀ ਸਕਦਾ, ਪੈਰ ਵੱਢੇ ਜਾਣ ਬੰਦਾ ਜੀ ਸਕਦਾ, ਪਰ ਸਿਰ ਵੱਢਿਆ ਜਾਵੇ ਤੇ ਫੇਰ ਨਹੀਂ ਜੀ ਸਕਦਾ ਜੇ ਬੰਦਗੀ ਨਾ ਹੋਵੇ, ਜੇ ਗੁਰੂ ਦੀ ਕਿਰਪਾ ਨਾ ਹੋਵੇ। ਇਸ ਕਰਕੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ। ਮੱਥੇ ਦੇ ਨਾਲ ਆਪਾਂ ਮੱਥਾ ਕਿਹਨੂੰ ਝੁਕਾਉਂਦੇ ਆ? ਸਤਿਗੁਰਾਂ ਨੂੰ। ਇਸ ਮੱਥੇ ਦੀ ਰਾਖੀ ਕਰਨ ਵਾਲਾ ਵੀ ਤੇ ਸਿਰ ਦੀ ਰੱਖਿਆ ਕਰਨ ਵਾਲਾ ਵੀ, ਕਾਇਆ ਦੀ ਰੱਖਿਆ ਕਰਨ ਵਾਲਾ ਵੀ ਤੇ ਹੱਥਾਂ ਦੀ ਰੱਖਿਆ ਕਰਨ ਵਾਲਾ ਮਾਲਕ ਹੈ ਜੀ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਾਡੀ ਆਤਮ, ਸਾਡੇ ਆਤਮ ਮਨ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ, ਉਹ ਵੀ ਮਾਲਕ ਨੇ ਰੱਖਿਆ ਹੋਇਆ। ਮਨ ਨੂੰ ਹਮੇਸ਼ਾ ਸਮਦਮ ਸ਼ਰਧਾ ਸਮਾਧਾਨ ਦੇ ਵਿੱਚ ਟਿਕਾ ਕੇ ਰੱਖਦਾ ਮਾਲਕ ਅਕਾਲ ਪੁਰਖ ਵਾਹਿਗੁਰੂ। ਤੇ ਫਿਰ ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਫਿਰ ਮਾਲਕ ਨੇ ਧਨ ਦੇ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਰੱਖਿਆ ਹੋਇਆ ਹੈ। ਸਰਬ ਰੱਖਿਆ ਗੁਰ ਦਿਆਲ ਹੈ, ਭੈ ਦੁਖ ਬਿਨਾਸਨ ਹੈ। ਸਾਰੇ ਪ੍ਰਕਾਰ ਦੀਆਂ ਰੱਖਿਆਵਾਂ ਮਾਲਕ ਨੇ ਕੀਤੀਆਂ ਨੇ। ਹਰ ਪ੍ਰਕਾਰ ਨਾਲ ਸਾਨੂੰ ਰੱਖਿਆ ਆ। ਭੈ ਦੁਖ ਬਿਨਾਸਨ ਹੈ, ਡਰ ਅਤੇ ਦੁੱਖ ਇਤਿਆਦਿਕਾਂ ਨੂੰ ਨਾਸ਼ ਕੀਤਾ ਸਾਡੇ ਅੰਦਰੋਂ। ਭਗਤ ਵਚਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ। ਇਸੇ ਤਰੀਕੇ ਦੇ ਨਾਲ ਭਗਤ ਤੱਤੇ ਨੂੰ ਸਿਹਾਰੀ ਲੱਗੀ ਹੋਈ। ਇਹਦਾ ਅਰਥ ਭਗਤੀ ਹੁੰਦਾ ਆ। ਭਗਤੀ ਕਰਨ ਵਾਲਿਆਂ ਭਗਤਾਂ ਨੂੰ, ਉਹਨਾਂ ਨੂੰ ਵਛਲ ਰਹਿਮਤਾਂ ਕਰਨ ਵਾਲਾ ਉਹਨਾਂ ਤੇ। ਅਨਾਥ ਨਾਥੇ, ਅਨਾਥਾਂ ਦਾ ਨਾਥ, ਸਰਨ ਨਾਨਕ ਪੁਰਖ ਅਚੁੱਤ ਹੈ। ਤੇ ਇਸ ਤਰੀਕੇ ਦੇ ਨਾਲ ਇਹ ਮਾਲਕ ਜੀ ਅਚੁੱਤ ਜਿਹੜੇ ਸੰਤ ਜਨ ਤੇਰੇ ਵਿੱਚੋਂ ਪੈਦਾ ਹੋਏ ਹਨ, ਅਸੀਂ ਉਹਨਾਂ ਸੰਤ ਜਨਾਂ ਦੇ ਸ਼ਰਨ ਪੈਨੇ ਹਾਂ। ਜੇਨ ਕਲਾ ਧਾਰਿਓ ਆਕਾਸੰ, ਬੈਸੰਤਰੰ ਕਾਸ਼ਟ ਬੇਸ਼ਟੰ। ਇਸ ਤਰ੍ਹਾਂ ਜੇਨ ਕਲਾ, ਜਿਸ ਮਾਲਕ ਅਕਾਲ ਪੁਰਖ ਦੀ ਕਲਾ ਨੇ, ਕਿਰਪਾ ਨੇ, ਇਹ ਧਾਰਿਓ ਆਕਾਸੰ, ਆਕਾਸ਼ ਨੂੰ ਬਿਨ ਥੰਬਾ ਗਗਨ ਰਹਾਇਆ। ਥੰਬਲਿਆਂ ਤੋਂ ਬਗੈਰ ਆਕਾਸ਼ ਨੂੰ ਟਿਕਾਇਆ ਹੋਇਆ ਵਾ। ਕਿ ਇਸੇ ਤਰ੍ਹਾਂ ਬੈਸੰਤਰੰ ਕਾਸ਼ਟ ਬੇਸ਼ਟੰ, ਬੇਸ਼ਟ ਨਾਮ ਘਰ ਦਾ ਆ। ਅੱਗ ਨੂੰ ਲੱਕੜਾਂ ਦੇ ਵਿੱਚ, ਕਾਸਟ ਦੇ ਵਿੱਚ ਮਾਲਕ ਨੇ ਘਰ ਬਣਾ ਕੇ ਰੱਖਿਆ ਹੋਇਆ। ਐਸੀ ਮਾਲਕ ਨੇ ਰਹਿਮਤ ਕੀਤੀ ਹੈ ਜੀ। ਜੇਨ ਕਲਾ ਸਸ ਸੂਰ ਨਖੇਤਰ, ਜੋਤਿੰ ਸਾਸੰ ਸਰੀਰ ਧਾਰਨੰ। ਇਸ ਤਰ੍ਹਾਂ ਜਿਸ ਮਾਲਕ ਦੀ ਕਲਾ ਕਹੀਏ, ਸ਼ਕਤੀ ਨੇ ਸਸ ਸੂਰ ਨਖੇਤਰ, ਸੂਰਜ ਚੰਨ ਤੇ 27 ਨਛੱਤਰਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਵਿੱਚ ਜੋਤ ਪਾਈ ਹੋਈ ਹੈ, ਸਾਹ ਦਿੱਤੇ ਹੋਏ ਨੇ ਸਰੀਰ ਵਿੱਚ ਧਾਰਨ ਕਰਨ ਲਈ ਜੀ। ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਨਹਿ ਛੇਦੰਤ ਜਠਰ ਰੋਗਣ ਹੈ। ਜਿਹੜੇ ਮਾਲਕ ਨੇ ਖਾਲਸਾ ਜੀ ਮਾਤਾ ਜੀ ਦੇ ਗਰਭ ਦੇ ਵਿੱਚ, ਮਾਂ ਜੀ ਦੇ ਗਰਭ ਵਿੱਚ ਸਾਨੂੰ ਪਾਲਿਆ ਹੋਇਆ। ਉੱਥੇ ਬੱਚਾ ਪੁੱਠਾ ਲਟਕਿਆ ਹੁੰਦਾ। ਮਹਾਰਾਜ ਕਹਿੰਦੇ ਜਬ 10 ਮਾਸ ਉਰਦ ਮੁਖ ਰਹਤਾ, 100 ਦਿਨ ਕੈਸੇ ਭੂਲਿਆ। 10 ਮਹੀਨੇ ਮਾਂ ਦੇ ਪੇਟ ਦੇ ਵਿੱਚ ਪੁੱਠਾ ਲਮਕਿਆ ਹੋਇਆ। ਮਾਂ ਨੇ ਚਾਹ ਪੀਣੀ, ਦੁੱਧ ਪੀਣਾ, ਰੋਟੀ ਖਾਣੀ, ਪਾਣੀ ਪੀਣਾ, ਉਹ ਸਾਰਾ ਤੇਰੇ ਪੈਰ ਥਾਣੀ, ਮੂੰਹ ਥਾਣੀ, ਲੱਕ ਲੱਕ ਥਾਣੀ ਲੰਘ ਕੇ ਜਾਂਦਾ ਆ। ਪੁੱਠਾ ਲਮਕੇ ਰਹਿੰਦਾ 10 ਮਹੀਨੇ। ਮਹਾਰਾਜ ਕਹਿੰਦੇ ਵੀ ਜਬ ਜਰੀਆ ਤਬ ਹੋਏ ਭਸਮ ਤਨ, ਰਹਿ ਕਿਰਮ ਦਿਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਹੈ ਵਡਾਈ। ਕਾਹੇ ਭਈਆ ਫਿਰਤਾ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਤਾ, 100 ਦਿਨ ਕੈਸੇ ਭੂਲਿਆ। ਜਦੋਂ 10 ਮਹੀਨੇ ਮਾਂ ਦੇ ਪੇਟ ਵਿੱਚ ਪੁੱਠਾ ਟੰਗਿਆ ਰਿਹਾ, ਉਹ ਦਿਨ ਕਿਵੇਂ ਭੁੱਲ ਗਿਆ ਤੂੰ। ਇਸ ਕਰਕੇ ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਨਹਿ ਛੇਦੰਤ ਜਠਰ ਰੋਗਣ ਹੈ। ਜਠਰ ਅਗਨ ਹੁੰਦੀ ਹੈ, ਮਾਂ ਦੇ ਪੇਟ ਦੀ ਅੱਗ। ਉੱਥੇ ਭਾਈ ਤੈਨੂੰ ਛੇਦਿਆ ਨਹੀਂ ਕੋਈ, ਤੈਨੂੰ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਤੇਨ ਕਲਾ, ਤਿਸ ਦੀ ਕਲਾ, ਉਹਦੀ ਸ਼ਕਤੀ ਨੇ ਅਸਥੰਭ ਸਰੋਵਰੰ, ਵੱਡਾ ਸਰੋਵਰ ਸੰਸਾਰ, ਇਹ ਸਮੁੰਦਰ ਰੂਪੀ ਸਰੋਵਰ ਨੂੰ ਟਿਕਾ ਕੇ ਰੱਖਿਆ ਹੋਇਆ ਹੈ। 3/4 ਭਾਗ ਜਿਹੜਾ ਆ ਇਹ ਸਾਰਾ ਪਾਣੀ ਦਾ ਆ ਖਾਲਸਾ ਜੀ। ਤੇ ਉਹਦੇ ਵਿੱਚ ਮਾਲਕ ਨੇ ਵੇਖੋ ਵੀ ਧਰਤੀ ਨੂੰ ਕਿਵੇਂ ਬਚਾ ਕੇ ਰੱਖਿਆ ਹੋਇਆ।
ਮਾਲਕ ਚਾਹੇ ਤੇ ਇੱਕ ਛਲ ਪੈਦਾ ਕਰਕੇ ਸਾਰੀ ਧਰਤੀ ਪੁੱਠੀ ਕਰ ਦੇਵੇ, ਪਰ ਮਾਲਕ ਨੇ ਆਪਣੀ ਰੱਖਿਆ ਦੇ ਨਾਲ ਰੱਖਿਆ ਹੋਇਆ ਹੈ। ਨਾਨਕ ਨਹਿ ਛਜੰਤ ਤਰੰਗ ਤੋਏ ਨਹਿ। ਇਸ ਤਰ੍ਹਾਂ ਤੋਏ ਨਾਮ ਪਾਣੀ ਦਾ ਆ, ਪਾਣੀ ਦੀਆਂ ਸਮੁੰਦਰ ਦੀਆਂ ਤਰੰਗਾਂ ਪ੍ਰਿਥਵੀ ਨੂੰ ਨਹੀਂ ਛੇਦਦੀਆਂ, ਉਹਦੀ ਕਲਾ ਉਹਦੀ ਸ਼ਕਤੀ ਦੇ ਕਰਕੇ ਹੀ ਪੰਚਮ ਪਾਤਸ਼ਾਹ ਜੀ ਕਹਿੰਦੇ ਹਨ। ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨੰ ਸਰਬੱਤਰ ਜੀਵਨ ਹੈ। ਉਸ ਗੁਸਾਈ ਧਰਤੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਗ੍ਰਿਸ਼ਟ ਬੜਾ ਜ਼ਿਆਦਾ ਭਾਰਾ ਹੈ, ਤੇ ਇਸ ਤਰ੍ਹਾਂ ਸਿਮਰਨ ਸਰਬੱਤਰ ਜੀਵਨ ਹੈ, ਸਾਰੇ ਜੀਵ ਜੰਤੂ ਨੂੰ ਸਿਮਰਦੇ ਚੇਤੇ ਕਰਦੇ ਹਨ ਜੀ। ਲਬਦਿਅੰ ਸੰਤ ਸੰਗੇਨ ਨਾਨਕ ਸਵਛ ਮਾਰਗ ਹਰ ਭਗਤ ਨਹਿ। ਐਸਾ ਅਕਾਲ ਪੁਰਖ ਵਾਹਿਗੁਰੂ ਸਾਧੂਆਂ ਦੀ ਸੰਗਤ ਵਿੱਚ ਹੀ ਖਾਲਸਾ ਜੀ ਲੱਭਦਾ ਆ, ਤੇ ਫਿਰ ਸਵੱਛ ਮਾਰਗ ਭਗਤ ਜਨਾਂ ਦਾ ਹੈ, ਉਸ ਰਸਤੇ ਤੇ ਤੁਰੀਏ ਜੀ। ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਲਗੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ, ਉਸ ਰਸਤੇ ਤੇ ਤੁਰੀਏ ਜੀ। ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹਿ। ਇਸ ਤਰ੍ਹਾਂ ਮਸਕ ਨਾਮ ਖਾਲਸਾ ਜੀ ਮੱਛਰ ਦਾ ਆ, ਮਸਕੰ ਭਗਨੰਤ ਸੈਲੰ, ਸੈਲ ਨਾਮ ਪਹਾੜ ਦਾ ਹੈ। ਮਾਲਕ ਚਾਹੇ ਤੇ ਇੱਕ ਮੱਛਰ ਦੇ ਕੋਲੋਂ ਪਹਾੜ ਤੁੜਾ ਦੇਵੇ। ਪਪੀਲ ਕਾ ਕੀੜੀ ਨੂੰ ਕਹਿੰਦੇ ਆ ਖਾਲਸਾ ਜੀ, ਤੇ ਕਰਦਮੰ ਤਰੰਤ ਪਪੀਲਕ ਹੈ, ਵੱਡੇ ਤੋਂ ਵੱਡਾ ਚਿੱਕੜ ਪਾਣੀ ਦੇ ਉੱਤੋਂ ਵੀ ਕੀੜੀ ਜਿਹੜੀ ਤੈਰ ਪੈਂਦੀ ਹੁੰਦੀ ਹੈ, ਉਹਦੀ ਰਹਿਮਤ ਦੇ ਨਾਲ ਜੀ। ਸਾਗਰੰ ਲੰਘੰਤ ਪਿੰਗੰ ਤਮ ਪਰਗਾਸ ਅੰਧ ਕਹਿ। ਇਸ ਤਰ੍ਹਾਂ ਸੰਸਾਰ ਸਮੁੰਦਰ ਜਿਹੜਾ ਆ, ਇਹ ਪਿੰਗਲੇ ਨੂੰ ਲੰਘਾ ਦੇਵੇ, ਮਾਲਕ ਕਿਰਪਾ ਕਰੇ। ਇਸ ਤਰੀਕੇ ਦੇ ਨਾਲ ਇੱਕ ਪਿੰਗਲਾ ਉਹ ਸਮੁੰਦਰ ਨੂੰ ਲੰਘ ਜਾਵੇ ਜੇ ਮਾਲਕ ਚਾਹਵੇ। ਤੇ ਇਸ ਤਰ੍ਹਾਂ ਤਮ ਪ੍ਰਗਾਸ ਅੰਧ ਕਹਿ, ਹਨੇਰੇ ਵਿੱਚ ਮਾਲਕ ਬੜੇ ਚੰਗੇ ਤਰੀਕੇ ਨਾਲ ਚਾਨਣ ਕਰ ਦੇਵੇ ਜੀ। ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਸਾਧੂਆਂ ਦੀ ਸੰਗਤ ਦੇ ਵਿੱਚ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਉਸ ਨੂੰ ਸਿਮਰੀਏ ਤੇ ਸਰਨ ਨਾਨਕ ਹਰ ਹਰ ਹਰੇ। ਇਸ ਤਰ੍ਹਾਂ ਬੜੇ ਚੰਗੇ ਤਰੀਕੇ ਦੇ ਨਾਲ ਭੂਤ ਕਾਲ ਭਵਿੱਖ ਕਾਲ ਵਰਤਮਾਨ ਕਾਲ ਵਿੱਚ ਉਸ ਦੀ ਸ਼ਰਨ ਵਿੱਚ ਹੀ ਪਏ ਰਹੀਏ। ਐਸੀ ਮਹਾਰਾਜ ਰਹਿਮਤ ਕਰਦੇ ਹੈ ਕਿ ਸਾਧੂਆਂ ਦੀ ਸੰਗਤ ਦੇ ਵਿੱਚ ਇਹ ਮਾਲਕ ਜੀ ਰਲੇ ਲਈਏ। ਗੋਬਿੰਦ ਧਰਤੀ ਨੂੰ ਪਾਲਣ ਵਾਲਾ, ਇੰਦਰੀਆਂ ਨੂੰ ਚਲਾਉਣ ਵਾਲਾ ਸਾਧੂਆਂ ਦੀ ਸੰਗਤ ਵਿੱਚ ਮਿਲਦਾ ਆ, ਤੇ ਉਹਨਾਂ ਸਾਧੂਆਂ ਸੰਤ ਜਨਾਂ ਦੀ ਸੰਗਤ ਵਿੱਚ ਮਿਲੇ ਰਹੀਏ। ਕਿਉਂਕਿ ਭਾਗਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੀ ਸਈ ਇਹ ਆਏ ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ, ਕੇਸਾ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਤੇਰੇ ਸੰਤ ਜਨਾਂ ਦੇ ਮੈਂ ਆਪਣੇ ਕੇਸਾਂ ਦਾ ਚੌਰ ਕਰ ਦਵਾਂ, ਆਪਣੇ ਸਰੀਰ ਦੀ ਧੂੜੀ ਬਣਾ ਲਵਾਂ। ਇਸ ਤਰ੍ਹਾਂ ਸਾਧ ਸੰਗਤ ਜੀ 55 ਸ਼ਲੋਕ ਇੱਥੇ ਹੋਏ ਹੈ। ਕੱਲ ਨੂੰ ਅੱਗੇ ਸ਼ਰਵਣ ਕਰਾਂਗੇ। ਸੋ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਮੇਰੇ ਕੋਲੋਂ ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਵਿੱਚ ਪਾਇਓ। ਅਸੀਸਾਂ ਤੇ ਆਸ਼ੀਰਵਾਦ ਬਖਸ਼ਿਓ। ਕਥਾ ਵਿਚਾਰ ਕਰਨ ਦੀ ਜਾਚ ਆ ਜਾਵੇ। ਮਹਾਂਪੁਰਖ ਉਸਤਾਦ ਜੀ ਬਾਬਾ ਸੁੱਚਾ ਸਿੰਘ ਭਗਤ ਜੀ, ਉਹਨਾਂ ਤੋਂ ਖਾਲਸਾ ਜੀ ਦਾਸ ਨੂੰ 5 ਸਾਲ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਉਹਨਾਂ ਦਾ ਜੀਵਨ ਮੇਰੇ ਲਈ, ਸਾਰੇ ਵਿਦਿਆਰਥੀਆਂ ਲਈ ਇੱਕ ਬਹੁਤ ਵੱਡਾ ਸਰਮਾਇਆ ਸੀ। ਸੋ ਅੱਜ ਸਮਾਂ ਨਹੀਂ ਹੈਗਾ, ਕੱਲ ਨੂੰ ਆਪਾਂ ਸ਼ਰਵਣ ਕਰਾਂਗੇ ਕਿਸ ਤਰੀਕੇ ਦੇ ਨਾਲ ਉਹ ਵਿੱਦਿਆ ਪੜ੍ਹਾਇਆ ਕਰਦੇ ਸਨ, ਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਅਲੌਕਿਕ ਦ੍ਰਿਸ਼, ਉਹਨਾਂ ਦਾ ਨਵੇਕਲਾ ਜੀਵਨ, ਉਹ ਵੀ ਆਪਾਂ ਸ਼ਰਵਣ ਕਰਾਂਗੇ। ਸੋ ਆਓ 2 ਪੰਕਤੀਆਂ ਪੜ੍ਹ ਕੇ ਸਮਾਪਤੀ ਵੱਲ ਵਧੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਸਾਗਰੰ ਲਗੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ। ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।